ਪਰਾਂ ਵਿੱਚ ਹੋਣ ਪਰਵਾਜ਼ਾਂ ਤਾਂ ਅੰਬਰ ਮਿਲ ਹੀ ਜਾਂਦੇ ਨੇ ਨੀ ਕੁੜੀਓ ਵਗਦੀਆਂ ਨਦੀਆਂ ਨੂੰ ਸਾਗਰ ਮਿਲ ਹੀ ਜਾਂਦੇ ਨੇ ਜੇ ਤਾਰੇ ਤੋੜਨੇ ਤਾਂ ਡਰ ਨਾ ਜਾਇਓ ਠੋਕਰਾਂ ਕੋਲੋਂ ਨੀ ਅੜੀਓ ਰਸਤਿਆਂ ਵਿੱਚ ਰੋੜ ਪੱਥਰ ਮਿਲ ਹੀ ਜਾਂਦੇ ਨੇ ਪਰਾਂ ਵਿੱਚ ਹੋਣ ਪਰਵਾਜ਼ਾਂ ਤਾਂ ਅੰਬਰ ਮਿਲ ਹੀ ਜਾਂਦੇ ਨੇ। ਵਾਹ ਵਾਹ ਮੈਮ। KCBC ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਯਾਨੀ ਸਮਰੀਤ ਬਾਜਵਾ ਤਹਿ ਦਿਲੋਂ ਸਵਾਗਤ ਕਰਦੀ ਹਾਂ। ਸੋ ਅੱਜ ਤੁਹਾਡੇ ਰੂਬਰੂ ਮੈਂ ਕਰਵਾਉਣ ਜਾ ਰਹੀ ਹਾਂ ਜੀ ਸੁਖਵਿੰਦਰ ਅੰਮ੍ਰਿਤ ਜੀ ਨੂੰ, ਇੱਕ ਅਜਿਹੀ ਸ਼ਖਸੀਅਤ ਜਿਨ੍ਹਾਂ ਨੇ ਜਦੋਂ ਆਪਣੀ ਪਹਿਲੀ ਕਵਿਤਾ ਲਿਖੀ ਸੀ ਤਾਂ ਉਹਨਾਂ ਦੀ ਮਾਂ ਨੇ ਉਸ ਕਵਿਤਾ ਨੂੰ, ਉਸ ਕਿਤਾਬ ਨੂੰ ਪਾੜ ਕੇ ਅੱਗ 'ਚ ਲੂਤਾ ਸੀ ਤੇ ਅੱਜ ਉਹਨਾਂ ਦੀਆਂ ਕਵਿਤਾਵਾਂ, ਉਹਨਾਂ ਦੀਆਂ ਗਜ਼ਲਾਂ ਸਭ ਦੇ ਮੂੰਹ 'ਤੇ ਨੇ। ਮੈਡਮ ਸਵਾਗਤ ਹੈ ਤੁਹਾਡਾ KCGC TV 'ਤੇ। ਮਿਹਰਬਾਨੀ ਜੀ। ਮੈਮ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਤੁਹਾਡੇ ਜਨਮ ਬਾਰੇ ਜਾਂ ਤੁਹਾਡੇ ਬਚਪਨ ਬਾਰੇ। ਤਾਂ ਤੁਹਾਡਾ ਜਨਮ ਕਿੱਥੇ ਹੋਇਆ ਤੇ ਤੁਹਾਡਾ ਬਚਪਨ ਕਿਵੇਂ ਦਾ ਸੀ? ਮੇਰਾ ਜਨਮ ਮਾਲਵੇ ਦੇ ਇੱਕ ਪਿੰਡ ਵਿੱਚ ਹੋਇਆ, ਸਦਰਪੁਰਾ ਨਾਮ ਮੇਰੇ ਪਿੰਡ ਦਾ, ਔਰ ਇਹ ਜ਼ਿਲ੍ਹਾ ਲੁਧਿਆਣਾ 'ਚ ਪੈਂਦਾ। ਬਸ ਇੱਕ ਸਧਾਰਨ ਪਰਿਵਾਰ ਸੀਗਾ। ਸਧਾਰਨ ਨਾਲੋਂ ਵੀ ਮੈਂ ਕਹੂੰਗੀ ਵੀ ਆਰਥਿਕ ਤੰਗੀਆਂ ਦਾ ਸਤਾਇਆ ਹੋਇਆ ਪਰਿਵਾਰ। ਸੋ ਬਹੁਤ ਸਹਿਕ ਕੇ ਹਰ ਚੀਜ਼ ਮਿਲਦੀ ਸੀਗੀ ਉਸ ਘਰ ਦੇ ਵਿੱਚ। ਇਸ ਤਰ੍ਹਾਂ ਦਾ ਸੀਗਾ ਬਚਪਨ ਮੇਰਾ। ਮੈਮ ਬਚਪਨ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜੀ, ਕਿਉਂਕਿ ਬਚਪਨ 'ਚ ਤੁਸੀਂ ਕਵਿਤਾ ਜਿਹੜੀ ਉਹ ਲਿਖਦੇ ਸੀਗੇ ਜੀ। ਤੁਹਾਨੂੰ ਕੋਈ ਕਵਿਤਾ ਦੇ ਬੋਲ, ਜਿਹੜੇ ਤੁਸੀਂ ਕਵਿਤਾ ਪਹਿਲੀ ਵਾਰੀ ਲਿਖੀ ਆ, ਉਹਦੇ ਕੋਈ ਬੋਲ ਯਾਦ ਹੋਣ ਦਾ? ਪਹਿਲੀ ਵਾਰੀ ਸਮਰੀਤ ਮੈਂ 7ਵੀਂ 8ਵੀਂ 'ਚ ਪੜ੍ਹਦੀ ਸੀ ਜਦੋਂ ਮੈਂ ਤੁਕਾਂ ਜੋੜਨ ਲੱਗ ਪਈ ਸੀਗੀ। ਅਤੇ ਉਦੋਂ ਮੈਂ ਬੜੇ ਕੱਚੇ ਜਿਹੇ ਗੀਤ ਜਾਣੀ ਕਿ ਹੈ ਨਾ ਸ਼ੁਰੂਆਤੀ ਦੌਰ 'ਚ ਲਿਖੇ ਸੀਗੇ। ਅਤੇ ਉਹ ਜਾਂ ਤਾਂ ਮੇਰੀ ਔਖੀ ਪੜ੍ਹਾਈ ਨਾਲ ਸੰਬੰਧਿਤ ਹੁੰਦੇ ਸੀ ਜਾਂ ਫਿਰ ਜਿਵੇਂ ਘਰ ਖੇਤੀਬਾੜੀ ਦਾ ਮਾਹੌਲ ਸੀਗਾ ਹੈ ਨਾ, ਤਾਂ ਫਸਲਾਂ ਨਾਲ ਸੰਬੰਧਿਤ ਹੁੰਦੇ ਸੀ, ਜਾਂ ਸਕੂਲ 'ਚ ਜਿਹੜੀਆਂ ਕੁੜੀਆਂ ਮੇਰੇ ਨਾਲ ਪੜ੍ਹਦੀਆਂ ਸੀ ਉਹਨਾਂ ਦੇ ਨਾਵਾਂ ਨਾਲ ਜੋੜ ਕੇ ਮੈਂ ਗੀਤ ਲਿਖਦੀ ਸੀਗੀ। ਸੋ ਜਿਹੜਾ ਮੈਨੂੰ ਯਾਦ, ਜਿਹੜਾ ਮੈਂ ਸਮਝਦੀ ਹਾਂ ਕਿ ਮੇਰਾ ਉਹ ਪਹਿਲਾ ਗੀਤ ਆ ਹੈ ਨਾ, ਜਿਹੜਾ ਮੈਂ ਪੂਰਾ ਲਿਖਿਆ ਸੀਗਾ, ਉਹਦੇ 4 ਬੰਦ ਮੈਂ ਲਿਖੇ ਸੀਗੇ। ਅਤੇ ਉਹਦੇ ਵਿੱਚੋਂ ਮੈਂ ਇੱਕ ਬੰਦ ਅਕਸਰ ਸੁਣਾਉਣੀ ਹੁੰਦੀ ਹਾਂ ਜਦੋਂ ਕੋਈ ਮੈਨੂੰ ਪੁੱਛੇ, ਤਾਂ ਉਹ ਮੈਂ ਤੁਹਾਨੂੰ ਸੁਣਾ ਦਿੰਦੀ ਹਾਂ ਵੀ ਹਾਈ ਨੀ ਅਲਜਬਰਾ, ਹਾਈ ਨੀ ਅੰਗਰੇਜ਼ੀ, ਸਾਨੂੰ ਲੱਗਦੀ ਸਮਾਜਿਕ ਔਖੀ, ਨਾਗਰਿਕਤਾ ਵੀ ਕਿਹੜਾ ਸੌਖੀ, ਹਿਸਾਬ ਦਾ ਪੁਆੜਾ ਪੈ ਗਿਆ, ਸਾਨੂੰ ਲੱਗਦੀ ਏ ਖੇਡ ਪਿਆਰੀ, ਉੱਤੋਂ ਪੇਪਰਾਂ ਦੀ ਹੋਈ ਨਾ ਤਿਆਰੀ, ਮਹੀਨਾ ਸਾਰਾ ਇੱਕ ਰਹਿ ਗਿਆ, ਹਾਈ ਨੀ ਅਲਜਬਰਾ, ਹਾਈ ਨੀ ਅੰਗਰੇਜ਼ੀ। ਵਾਹ ਮੈਮ ਜਦੋਂ ਤੁਸੀਂ ਇਹ ਕਵਿਤਾ ਲਿਖੀ ਆ ਜੀ, ਕਿਉਂਕਿ ਕਿਤੇ ਨਾ ਕਿਤੇ ਤੁਹਾਡੇ ਜਿਹੜਾ ਪੇਕੇ ਘਰ ਸੀਗਾ ਉੱਥੇ ਬਹੁਤ ਰਿਸਟ੍ਰਿਕਸ਼ਨ ਸੀਗੀਆਂ ਜੀ, ਕਿਉਂਕਿ ਪੁਰਸ਼ ਪ੍ਰਧਾਨ ਸਮਾਜ ਕਹੀਏ ਤਾਂ ਅੱਜ ਦਾ ਸਮਾਜ ਤੇ ਉਦੋਂ ਦੇ ਸਮਾਜ ਦੇ ਵਿੱਚ ਬਹੁਤ ਫਰਕ ਆ ਜੀ। ਤੁਸੀਂ ਜਦੋਂ ਪਹਿਲੀ ਕਵਿਤਾ ਲਿਖੀ, ਤੁਹਾਡੇ ਬਾਰੇ ਮੈਂ ਜਦੋਂ ਪੜ੍ਹਿਆ ਤਾਂ ਮੈਂ ਇਹ ਪੜ੍ਹਿਆ ਕਿ ਤੁਹਾਡੀ ਮਾਂ ਨੇ ਉਹ ਕਵਿਤਾ, ਉਹ ਕਿਤਾਬ ਜਿਹੜੀ ਸੀਗੀ ਉਹਨੂੰ ਅੱਗ ਦੇ ਵਿੱਚ ਲੂਤਾ ਜੀ। ਉਹ ਸਿਚੁਏਸ਼ਨ, ਉਹ ਸਟੋਰੀ ਤੁਸੀਂ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋ ਤਾਂ? ਹਾਂਜੀ, ਅਸਲ ਵਿੱਚ ਸਮਰੀਤ ਕਿਤਾਬ ਨਹੀਂ, ਉਹ ਗੀਤ ਸੀ ਮੇਰੇ ਵੀ ਗੀਤ ਸੀਗੇ, ਉਹ ਕਾਪੀ 'ਤੇ ਲਿਖੇ ਹੋਏ। ਅਤੇ ਮੈਂ ਕਿਉਂਕਿ ਘਰੇ ਕਦੇ ਦੱਸਿਆ ਨਹੀਂ ਸੀਗਾ ਵੀ ਮੈਂ ਗੀਤ ਜੋੜਦੀ ਹਾਂ, ਪਰ ਸਕੂਲੇ ਪਤਾ ਸੀਗਾ। ਸੋ ਸਕੂਲ ਜਿਹੜੇ ਮੇਰੇ ਮਾਸਟਰ ਜੀ ਸੀਗੇ ਉਹਨਾਂ ਨੇ ਮੈਨੂੰ ਜਦੋਂ ਸ਼ਾਬਾਸ਼ ਦਿੱਤੀ ਵੀ ਤੂੰ ਹੋਰ ਲਿਖਿਆ ਕਰ ਹੈ ਨਾ, ਤੂੰ ਸੋਹਣਾ ਲਿਖਦੀ ਆ, ਤੂੰ ਵੱਡੀ ਹੋ ਕੇ ਕਵਿੱਤਰੀ ਬਣੇਗੀ। ਸੋ ਮੇਰਾ ਉਤਸ਼ਾਹ ਵੱਧ ਗਿਆ ਅਤੇ ਮੈਂ ਮਤਲਬ ਬਹੁਤ ਫਲੋ ਨਾਲ ਲਿਖਣ ਲੱਗ ਪਈ। ਵੀ ਮਤਲਬ ਮੈਨੂੰ ਲੱਗਿਆ ਵੀ ਮੈਂ ਰੋਜ਼ ਬਿਨਾਂ ਨਾਗਾ ਇੱਕ ਗੀਤ ਲਿਖਣਾ ਹੀ ਲਿਖਣਾ, ਜਿਵੇਂ ਮੇਰਾ ਨਿਤਨੇਮ ਹੋਵੇ, ਕਿਉਂਕਿ ਮੈਨੂੰ ਚਾਅ ਹੁੰਦਾ ਸੀਗਾ ਵੀ ਮੈਂ ਕੱਲ੍ਹ ਨੂੰ ਜਾ ਕੇ ਹੋਰ ਆਪਣੇ ਗੀਤ ਸੁਣਾਉਂਗੀ ਅਧਿਆਪਕਾਂ ਨੂੰ, ਕੁੜੀਆਂ ਨੂੰ, ਅਤੇ ਉਹ ਹੈਰਾਨ ਹੋ ਜਾਣਗੇ, ਖੁਸ਼ ਹੋ ਜਾਣਗੇ।
ਤੇ ਘਰੋਂ ਮੈਨੂੰ ਪਤਾ ਸੀਗਾ ਵੀ ਘਰੇ ਕੁੱਟ ਪਊਗੀ, ਕਿਉਂਕਿ ਪਿਤਾ ਜੀ ਦਾ ਸੁਭਾਅ ਬਹੁਤ ਅੜਬ ਸੀਗਾ। ਇਸ ਕਰਕੇ ਮੇਰੀ ਮਾਂ ਵੀ ਸਹਿਮੀ ਰਹਿੰਦੀ ਸੀ, ਅਸੀਂ ਵੀ ਸਾਰੇ ਬੱਚੇ ਸਹਿਮੇ ਰਹਿੰਦੇ ਸੀ ਕਿ ਬਹੁਤ ਜ਼ਿਆਦਾ ਡਰਦੇ ਸੀ ਅਸੀਂ। ਤੇ ਮੇਰੀ ਮਾਂ ਨੇ ਜਦੋਂ ਦੇਖੀ ਮੇਰੀ ਉਹ ਕਾਪੀ ਤਾਂ ਉਹਨੇ ਪਾੜ ਕੇ ਚੁੱਲ੍ਹੇ 'ਚ ਸਿੱਟਤੀ, ਤੇ ਨਾਲ ਹੀ ਉਹਨੇ ਡਰਾਵਾ ਦਿੱਤਾ ਵੀ ਜੇ ਤੇਰੇ ਪਿਤਾ ਨੂੰ ਪਤਾ ਲੱਗ ਗਿਆ ਵੀ ਫਿਰ ਆਪਣਾ ਕੀ ਹਾਲ ਕਰਨਗੇ, ਹੈ ਨਾ, ਤੈਨੂੰ ਪਤਾ ਹੀ ਆ। ਸੋ ਮੁੜ ਕੇ ਮੇਰਾ ਕਦੇ ਹੌਸਲਾ ਨਹੀਂ ਪਿਆ ਵੀ ਮੈਂ ਆਪਣੇ ਗੀਤਾਂ ਨੂੰ ਕਾਪੀ 'ਤੇ ਉਤਾਰ ਸਕਾਂ, ਕਿਉਂਕਿ ਮੈਨੂੰ ਪਤਾ ਸੀਗਾ ਵੀ ਮੇਰੇ ਪਿਤਾ ਜੀ ਸੱਚਮੁੱਚ ਹੀ ਮੈਨੂੰ ਵੱਢ ਸਕਦੇ ਆ ਇਸ ਗੱਲ ਕਰਕੇ। ਸੋ ਬਸ ਫਿਰ ਮੇਰੇ ਜਿਹੜੇ ਗੀਤ ਸੀਗੇ ਕਈ ਵਾਰੀ ਮੇਰੇ ਮਨ 'ਚ ਉੱਠਦੀਆਂ ਸੀ ਸਤਰਾਂ, ਤੇ ਮੇਰੇ ਮਨ 'ਚ ਹੀ ਦੱਬ ਕੇ ਰਹਿ ਜਾਂਦੀਆਂ ਸੀਗੀਆਂ। ਮੈਂ ਉਹਨਾਂ ਨੂੰ ਗੁਣਗੁਣਾਉਂਦੀ ਸੀ, ਯਾਦ ਕਰਦੀ ਸੀ, ਮਨ 'ਚ ਹੀ ਸਾਂਭ ਲੈਂਦੀ ਸੀ। ਕਈ ਵਾਰੀ ਮੈਂ ਇੱਦਾਂ ਤਾਰ ਵੀ ਲੈਣੇ, ਹੈ ਨਾ, ਕਾਪੀ 'ਤੇ, ਫਿਰ ਮੈਂ ਆਪ ਹੀ ਕੁਛ ਦਿਨਾਂ ਬਾਅਦ ਵਰਕਾ ਪਾੜ ਦੇਣਾ ਵੀ ਕਿਤੇ ਪਤਾ ਨਾ ਲੱਗ ਜਾਵੇ, ਵੀ ਕਿਤੇ ਉਹੀ ਗੱਲ ਨਾ ਹੋਵੇ। ਕਿਉਂਕਿ ਧਮਕੀ ਇਹ ਵੀ ਮਿਲੀ ਸੀ ਵੀ ਤੈਨੂੰ ਜੇ ਮੁੜ ਕੇ ਗੀਤ ਲਿਖੇ ਵੀ ਸਕੂਲੋਂ ਹਟਾ ਲੈਣਾ, ਵੀ ਕਿਤੇ ਮੈਨੂੰ ਸਕੂਲੋਂ ਨਾ ਹਟਾ ਲੈਣ, ਕਿਉਂਕਿ ਮੈਂ ਪੜ੍ਹ ਲਿਖ ਕੇ ਕੁਛ ਬਣਨਾ ਚਾਹੁੰਦੀ ਸੀਗੀ। ਬਸ ਕਿਉਂਕਿ ਮੈਨੂੰ ਲੱਗਦਾ ਸੀਗਾ ਵੀ ਕੁੜੀਆਂ ਨੂੰ ਪੈਸੇ ਜ਼ਰੂਰ ਕਮਾਉਣੇ ਚਾਹੀਦੇ, ਆਪਣੇ ਪੈਰਾਂ 'ਤੇ ਜ਼ਰੂਰ ਖੜੀਆਂ ਹੋਣਾ ਚਾਹੀਦਾ। ਕਿਉਂਕਿ ਜਿਹੜੀ ਮੇਰੀ ਮਾਂ ਸੀ, ਮੈਨੂੰ ਲੱਗਦਾ ਸੀਗਾ ਵੀ ਸ਼ਾਇਦ ਇਸੇ ਕਰਕੇ ਵੀ ਕੁੱਟ ਖਾਂਦੀ ਆ, ਵੀ ਉਹਨੂੰ ਜਦੋਂ ਕੋਈ ਚੀਜ਼ ਚਾਹੀਦੀ ਹੁੰਦੀ ਆ ਘਰ ਦੀ, ਚਾਹੇ ਰਾਸ਼ਨ ਮੁੱਕਿਆ ਹੁੰਦਾ ਸੀਗਾ, ਤੇ ਜਦੋਂ ਪਾਪਾ ਜੀ ਤੋਂ ਪੈਸੇ ਮੰਗਦੀ ਸੀਗੀ ਤੇ ਉਹ ਪੈਸੇ ਦੇਣ ਦੀ ਬਜਾਏ ਉਹਨੂੰ ਕੁੱਟਦੇ ਸੀਗੇ ਵੀ ਤੁਹਾਡਾ ਕੁਛ ਨਾ ਕੁਛ ਮੁੱਕੇ ਹੀ ਰਹਿੰਦਾ, ਤੁਸੀਂ ਪੈਸੇ ਹੀ ਮੰਗਦੇ ਆ, ਹੋਰ ਤੁਹਾਨੂੰ ਕੰਮ ਹੀ ਨਹੀਂ। ਸੋ ਮੈਨੂੰ ਇਹ ਜਿਹੜੇ ਹਾਲਾਤ ਸੀਗੇ ਘਰ ਦੇ, ਇਹਨਾਂ ਨੇ ਮਤਲਬ ਮੈਨੂੰ ਬਹੁਤ ਜ਼ਿਆਦਾ ਮਤਲਬ ਸਮਝਦਾਰ ਵੀ ਕਰਤਾ, ਹੈ ਨਾ, ਸੰਵੇਦਨਸ਼ੀਲ ਵੀ ਕਰਤਾ, ਤੇ ਮੇਰੇ ਮਨ ਵਿੱਚ ਉਹਨਾਂ ਹਾਲਾਤਾਂ ਦੇ ਪ੍ਰਤੀ ਰੋਹ ਵੀ, ਵਿਦਰੋਹ ਵੀ ਪੈਦਾ ਹੋਇਆ, ਬਗਾਵਤ ਵੀ ਪੈਦਾ ਹੋਈ। ਸੋ ਇਸੇ ਤਰ੍ਹਾਂ ਸ਼ਾਇਦ ਮੇਰੀ ਮਤਲਬ ਕਵਿਤਾ ਵੀ ਪੈਦਾ ਹੋਈ। ਸੋ ਕਿੰਨੀ ਹੈਰਾਨੀ ਵਾਲੀ ਗੱਲ ਹੈ ਨਾ ਕਿ ਕੋਈ ਕਵਿਤਾ ਲਿਖਦਾ ਹੋਏ, ਉਹ ਸਕੂਲ ਦੇ ਵਿੱਚ ਜਾਵੇ ਤਾਂ ਉਹਨੂੰ ਸ਼ਾਬਾਸ਼ੀ ਮਿਲੇ ਕਿ ਤੂੰ ਬਹੁਤ ਸੋਹਣਾ ਲਿਖਿਆ, ਪਰ ਇੱਕ ਡਰ, ਇੱਕ ਭੈ ਜਿਹੜਾ ਆ ਉਹ ਉਸ ਕਵਿਤਾ ਨੂੰ ਕਿਸੇ ਨੂੰ ਸੁਣਾ ਨਹੀਂ ਸਕਦਾ, ਕਿਉਂਕਿ ਉਸ ਨੂੰ ਡਰ ਆ ਕਿ ਕਿਤੇ ਉਹਦੇ ਘਰ ਦੇ ਉਹਨੂੰ ਉਸ ਕਵਿਤਾ ਨੂੰ ਲੈ ਕੇ ਕਿਤੇ ਉਹਨੂੰ ਵੱਢ ਹੀ ਨਾ ਦੇਣ ਜੀ। ਇੱਕ ਸਾਹਿਤ ਦਾ, ਇੱਕ ਕਵਿਤਾ ਦਾ ਕਿੱਦਾਂ ਦਾ ਡਰ ਆ। ਮੈਡਮ, ਬਾਅਦ ਵਿੱਚ ਤੁਹਾਡਾ ਵਿਆਹ ਹੁੰਦਾ ਹੈ ਜੀ। ਵਿਆਹ ਤੋਂ ਬਾਅਦ ਤੁਹਾਡੀ ਲਾਈਫ ਜਿਹੜੀ ਆ ਉਹ ਇੱਕਦਮ ਚੇਂਜ ਹੋ ਜਾਂਦੀ ਆ। ਉਹ ਕਿਵੇਂ ਦਾ ਚੇਂਜ ਸੀਗਾ ਤੁਹਾਨੂੰ? ਸਾਹਿਤ ਲਿਖਣ, ਜਿਹੜੀ ਕਵਿਤਾਵਾਂ ਪਹਿਲਾਂ ਤੁਸੀਂ ਲਿਖਦੇ ਸੀਗੇ ਪੇਕੇ ਘਰ ਤੇ ਸਹੁਰੇ ਘਰ ਤੁਸੀਂ ਲਿਖਿਆ, ਜਦੋਂ ਤੁਹਾਨੂੰ ਕੋਈ ਚੇਂਜ ਦਿਖਿਆ? ਨਹੀਂ, ਅਸਲ ਵਿੱਚ ਮੈਂ ਸੋਚਦੀ ਸੀਗੀ ਵੀ ਚਲੋ ਮੇਰਾ ਇੱਕ ਘਰ ਹੋਰ ਹੋਊਗਾ, ਮੇਰਾ ਇੱਕ ਪਰਿਵਾਰ ਹੋਰ ਹੋਊਗਾ, ਵੀ ਮੈਂ ਕਿਹੜਾ ਇੱਥੇ ਸਾਰੀ ਉਮਰ ਰਹਿਣਾ। ਤੇ ਮੇਰੇ ਮਨ ਵਿੱਚ ਜਦੋਂ ਕਿ ਮੈਨੂੰ ਪੜ੍ਹਨੋਂ ਵੀ ਹਟਾ ਲਿਆ ਗਿਆ ਸੀ 9ਵੀਂ ਜਮਾਤ ਤੋਂ ਬਾਅਦ, ਤਾਂ ਮੇਰੇ ਮਨ ਵਿੱਚ ਇਹ ਸੀਗਾ ਵੀ ਮੇਰਾ ਛੇਤੀ ਛੇਤੀ ਵਿਆਹ ਹੋ ਜਾਵੇ, ਵੀ ਮੈਂ ਆਪਣੇ ਘਰ ਜਾਵਾਂ, ਜਿਹੜਾ ਮੇਰਾ ਅਸਲੀ ਘਰ, ਜਿਹਨਾਂ ਕੁੜੀਆਂ ਨੂੰ ਕਹਿੰਦੇ ਨੇ ਆਪਾਂ ਮਾਪੇ ਵੀ ਤੂੰ ਆਪਣੇ ਘਰ ਜਾ ਕੇ ਕਰ ਲਈ ਜਿਹੜਾ ਕੁਛ ਕਰਨਾ, ਹੈ ਨਾ, ਜਦੋਂ ਆਪਣੇ ਘਰ ਜਾਏਗੀ ਫਿਰ ਕਰ ਲਈ। ਮੈਂ ਕਿਹਾ ਅੱਛਾ, ਮੇਰਾ ਘਰ ਤਾਂ ਉਹ ਹੋਊਗਾ, ਉੱਥੇ ਜਾ ਕੇ ਮੈਂ ਆਪਣੇ ਸਾਰੇ ਸ਼ੌਕ ਪੂਰੇ ਕਰ ਸਕਦੀ ਹਾਂ, ਪੜ੍ਹ ਸਕਦੀ ਹਾਂ, ਲਿਖ ਸਕਦੀ ਹਾਂ। ਪਰ ਜਦੋਂ ਚਲੋ ਮੇਰੀ ਜਿਵੇਂ ਅਰਦਾਸ ਵੀ ਸੁਣੀ ਗਈ, ਤੇ ਮੇਰਾ ਬਹੁਤ ਛੋਟੀ ਉਮਰ 'ਚ, ਯਾਨੀ 17 ਸਾਲਾਂ ਦੀ ਉਮਰ 'ਚ ਹੀ ਵਿਆਹ ਹੋ ਗਿਆ ਨਾ। ਤੇ ਪਰ ਜਦੋਂ ਜਾ ਕੇ ਦੇਖਿਆ, ਮੇਰੇ ਜਿਹੜੇ ਸਹੁਰੇ ਪਰਿਵਾਰ ਵਾਲੇ ਸੀਗੇ ਜੀ ਸਾਰੇ, ਹੈ ਨਾ, ਉਹਨਾਂ ਨੂੰ ਵੀ ਕੋਈ ਕਲਾ ਦੀ, ਕਵਿਤਾ ਦੀ ਕੋਈ ਸੋਝੀ ਨਹੀਂ ਸੀ। ਉਹ ਵੀ ਉੱਥੇ ਵੀ ਮਤਲਬ ਉਦੋਂ ਵੀ ਪਛੜੀ ਸੋਚ ਵਾਲਾ ਇੱਕ ਪਰਿਵਾਰ ਸੀਗਾ, ਹੈ ਨਾ। ਤੇ ਉਹਨਾਂ ਨੇ ਵੀ ਜਦੋਂ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਸਕੂਲੇ ਪੜ੍ਹਨਾ ਵਾ ਨਾ, ਪੜ੍ਹ ਲਿਖ ਕੇ ਮੈਂ ਕੁਛ ਬਣਨਾ ਵਾ, ਤੇ ਉਹਨਾਂ ਨੇ ਵੀ ਜਾਣੀ ਮੇਰੀ ਗੱਲ ਨਹੀਂ ਸੁਣੀਗੀ, ਹੈ ਨਾ। ਉਹਨਾਂ ਨੇ ਵੀ ਕਿਹਾ ਵੀ ਚਲੋ ਘਰ ਦਾ ਕੰਮ ਕਾਰ ਕਰੋ, ਵੀ ਵਿਆਹੀਆਂ ਬਰੀਆਂ ਜਿਹੜੀਆਂ ਧੀਆਂ ਨੌਹਾਂ ਨਹੀਂ ਸਕੂਲੇ ਜਾਂਦੀਆਂ। ਤੇ ਫਿਰ ਜੇ ਮੈਂ ਕਹਿਣਾ ਮੈਨੂੰ ਕਾਪੀ ਪੈਨ ਲਿਆ ਦਿਓ, ਕਿਉਂਕਿ ਕਾਪੀ ਪੈਨ ਵੀ ਨਹੀਂ ਸੀ ਹੁੰਦਾ ਉਸ ਘਰ ਦੇ ਵਿੱਚ, ਕਿਉਂਕਿ ਉੱਥੇ ਬੱਚੇ ਨਹੀਂ ਸੀਗੇ ਨਾ, ਤੇ ਕੋਈ ਪੜ੍ਹਦਾ ਨਹੀਂ ਸੀਗਾ। ਤੇ ਉਹਨਾਂ ਨੇ ਫਿਰ ਕਾਪੀ ਪੈਨ ਵੀ ਨਾ ਮੈਨੂੰ ਲੈਣ ਦੇਣਾ, ਤੇ ਫਿਰ ਉਹ ਵੀ ਮੈਂ ਚੋਰੀ ਮੰਗਾ ਕੇ ਜਾਣੀ ਲਿਖਣ ਲੱਗ ਗਈ। ਜਦੋਂ ਮੈਥੋਂ ਨਹੀਂ ਰਿਹਾ ਗਿਆ, ਮੈਂ ਕਾਪੀ ਚੋਰੀ ਮੰਗਾ ਲੈਣੀ। 2 ਰੁਪਏ ਦੀ ਕਾਪੀ ਆ ਜਾਂਦੀ ਸੀ ਪਤਲੀ ਜੀ, ਤੇ 1 ਰੁਪਏ ਦਾ ਬਾਲ ਪੈਨ, ਉਹ ਮੈਂ ਬੱਚੇ ਨੂੰ ਕਿਸੇ ਨੂੰ ਭੇਜ ਕੇ ਮੰਗਾ ਲੈਣਾ, ਤੇ ਉਹਦੇ 'ਤੇ ਮੈਂ ਲਿਖਣ ਲੱਗ ਪੈਣਾ। ਫਿਰ ਜਦੋਂ ਉਹਨਾਂ ਨੂੰ ਪਤਾ ਲੱਗਿਆ, ਉਹਨਾਂ ਨੇ ਵੀ ਉਹੀ ਸ਼ੁਰੂ ਕਰਤਾ। ਉਹਨਾਂ ਨੇ ਵੀ ਉੱਥੇ ਵੀ ਇੱਕ ਚੁੱਲ੍ਹਾ ਬਲਦਾ ਸੀਗਾ, ਅਸੀਂ ਰੋਟੀ ਚੁੱਲ੍ਹੇ 'ਤੇ ਹੀ ਪਕਾਉਂਦੇ ਸੀਗੇ ਨਾ, ਉਦੋਂ ਹਾਲੇ ਆਹ ਗੈਸ ਇਹ ਆਮ ਨਹੀਂ ਸੀ ਹੋਏ। ਤੇ ਉਹਨਾਂ ਨੇ ਵੀ ਮੇਰੀ ਕਾਪੀ ਪੜ੍ਹ ਕੇ ਚੁੱਲ੍ਹੇ 'ਚ ਸਿੱਟਣੀ। ਸੋ ਇੱਦਾਂ ਦੇ ਹਾਲਾਤ ਉੱਥੇ ਸੀਗੇ। ਫਿਰ ਮੈਂ ਦੇਖਿਆ ਵੀ ਜਦੋਂ ਥੋੜ੍ਹੇ ਦਿਨ ਬਾਅਦ ਹੀ ਨਾ ਸਾਡੇ ਘਰ ਦੀ ਜਿਹੜੀ ਛੋਟੀ ਛੋਟੀ 4 ਦੀਵਾਰੀ ਸੀਗੀ, ਤੇ ਉਹਨਾਂ ਨੇ ਵਾਧੂ ਇੱਟਾਂ ਪਈਆਂ ਸੀਗੀਆਂ ਘਰ ਦੇ ਵਿੱਚ, ਜਿਹੜੀਆਂ ਉਹ ਸਾਰੀਆਂ 4 ਦੀਵਾਰੀ 'ਤੇ ਚਿਣਤੀਆਂ ਵੀ ਵਹੁਟੀ ਬਾਹਰ ਨਾ ਦੇਖੇ। ਤੇ ਉਹਨਾਂ ਨੇ ਫਿਰ ਇਹ ਵੀ ਜਿਹੜੀ ਇੱਕ ਲੱਕੜ ਦੀ ਪੌੜੀ ਲੱਗੀ ਹੋਈ ਸੀਗੀ ਛੱਤ 'ਤੇ ਚੜ੍ਹਨ ਲਈ, ਉਹ ਲੱਕੜ ਦੀ ਪੌੜੀ ਲਾ ਕੇ ਕੰਧ ਨਾਲ ਲੰਮੀ ਪਾਤੀ ਵੀ ਵਹੁਟੀ ਛੱਤ 'ਤੇ ਨਾ ਜਾਵੇ। ਫਿਰ ਉਹਨਾਂ ਨੇ ਇਹ ਵੀ ਕਿਹਾ ਵੀ ਦਰਵਾਜ਼ੇ 'ਚ ਨਹੀਂ ਜਾਣਾ, ਗੇਟ ਵੱਲ ਨਹੀਂ ਜਾਣਾ। ਤੇ ਮਤਲਬ
ਮੈਨੂੰ ਸਮਝ ਨਹੀਂ ਸੀ ਲੱਗਦੀ ਵੀ ਮੈਂ ਕਿਹੜੇ ਕਿਲੇ 'ਚ ਕੈਦ ਹੋ ਗਈ, ਵੀ ਮੈਂ ਤਾਂ ਇੰਨਾ ਜ਼ਿਆਦਾ ਮੈਂ ਆਜ਼ਾਦੀ ਦੇ ਸੁਪਨੇ ਲਏ ਸੀਗੇ ਵੀ ਮੇਰਾ ਉੱਥੇ ਆਪਣਾ ਘਰ ਹੋਊਗਾ, ਆਪਣੇ ਲੋਕ ਪਰਿਵਾਰ ਵਾਲੇ ਹੋਣਗੇ ਤੇ ਉਹ ਮੇਰੀਆਂ ਸਾਰੀਆਂ ਰੀਝਾਂ ਪੂਰੀਆਂ ਕਰਨਗੇ। ਪਰ ਮੈਨੂੰ ਉਦੋਂ ਮੇਰਾ ਬਚਪਨ ਸੀਗਾ, ਮੈਨੂੰ ਸਮਝ ਨਹੀਂ ਸੀਗੀ ਵੀ ਸਹੁਰੇ ਘਰ ਜਾ ਕੇ ਹੋਰ ਪਾਬੰਦੀਆਂ ਲੱਗ ਜਾਣਗੀਆਂ ਮੇਰੇ ਤੇ ਬਸ ਫਿਰ ਮੈਂ ਇੱਕ ਸੋਚਦੀ ਸੀ ਕਿ ਮੈਂ ਕਿਹਾ ਮੇਰੀ ਜਿਹੜਾ ਚੂੜਾ ਪਾਇਆ ਹੋਇਆ, ਫਿਰ ਉਹ ਮੈਨੂੰ ਐਂ ਲੱਗਣ ਲੱਗ ਪਿਆ ਜਿਵੇਂ ਹੱਥ ਕੜੀਆਂ ਲੱਗ ਗਈਆਂ ਹੋਣ ਮੇਰੀਆਂ, ਤੇ ਪੈਰਾਂ 'ਚ ਜਿਹੜੀਆਂ ਝਾਂਜਰਾਂ ਪਾਈਆਂ ਸੀਗੀਆਂ ਮੈਨੂੰ ਲੱਗਣ ਲੱਗ ਗਏ ਵੀ ਜਿਵੇਂ ਇਹ ਬੇੜੀਆਂ ਹੋਣ। ਫਿਰ ਮੈਂ ਕਵਿਤਾਵਾਂ 'ਚ ਵੀ ਇਹਨਾਂ ਚੀਜ਼ਾਂ ਨੂੰ ਲਿਆਂਦਾ ਹੈ ਨਾ। ਇੱਕ ਫਿਰ ਮੈਂ ਉਰਦੂ ਦਾ ਸ਼ੇਰ ਮੈਂ ਯਾਦ ਕਰਦੀ ਹੁੰਦੀ ਹਾਂ ਹਮੇਸ਼ਾ ਵੀ ਅਭੀ ਤੋਂ ਮੈਨੇ ਤਸੱਵਰ ਕੀਆ ਥਾ ਰਿਹਾਈ ਕਾ, ਬੁਲੰਦ ਹੋ ਗਈ ਦੀਵਾरें कैद खानों की। ਵਾਹ ਵਾਹ। ਤੇ ਫਿਰ ਮੈਂ ਕਵਿਤਾਵਾਂ ਵੀ ਲਿਖੀਆਂ ਨਾ। ਇੱਕ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਵੀ ਉਹਨਾਂ ਦਿਨਾਂ ਦੀ ਜਿਹੜੀ ਮੇਰੀਆਂ ਭਾਵਨਾਵਾਂ ਸੀਗੀਆਂ। ਬੜੀ ਹੀ ਨਰਮ ਪੱਤੀ ਹਾਂ, ਤੂਫਾਨਾਂ ਦੀ ਸਤਾਈ ਹਾਂ, ਮੈਂ ਟੁੱਟ ਕੇ ਸ਼ਾਖ ਆਪਣੀ ਤੋਂ ਤੇਰੇ ਕਦਮਾਂ 'ਚ ਆਈ ਹਾਂ। ਮੈਂ ਕਿਸ ਨੂੰ ਆਪਣਾ ਆਖਾਂ ਕਿ ਇੱਥੇ ਕੌਣ ਹੈ ਮੇਰਾ, ਮੈਂ ਕੱਲ ਪੇਕੇ ਪਰਾਈ ਸੀ ਤੇ ਅੱਜ ਸਹੁਰੇ ਪਰਾਈ ਹਾਂ। ਤੇ ਹਾਏ ਥਲ ਤੇਰੀ ਖਾਤਰ ਮੈਂ ਕੀ ਰੂਪ ਬਦਲੇ ਨੇ, ਘਟਾ ਬਣ ਕੇ ਵੀ ਛਾਈ ਹਾਂ, ਨਦੀ ਬਣ ਕੇ ਵੀ ਆਈ ਹਾਂ। ਨਾ ਮੇਰੇ ਹੰਝੂਆਂ ਤੋਂ ਡਰ ਕੇ ਪੱਲਾ ਕਰ ਤੇਰੀ ਖਾਤਰ, ਛੁਪਾ ਕੇ ਬੁੱਲੀਆਂ ਵਿੱਚ ਮੈਂ ਬੜੇ ਹਾਸੇ ਲਿਆਈ ਹਾਂ। ਇਹ ਰੁੱਤਾਂ ਸਾਰੀਆਂ ਮੈਨੂੰ ਮੇਰੇ ਅਨੁਕੂਲ ਹੀ ਜਾਪਣ, ਮੈਂ ਬਾਰਿਸ਼ ਨੇ ਵੀ ਝੰਬੀ ਹਾਂ, ਮੈਂ ਧੁੱਪ ਨੇ ਵੀ ਤਪਾਈ ਹਾਂ। ਮੇਰਾ ਜੱਗ ਤੇ ਮੁਕਾਮ ਐ ਦੋਸਤ ਅਜੇ ਨਿਸ਼ਚਿਤ ਨਹੀਂ ਹੋਇਆ, ਕੋਈ ਆਖੇ ਮੈਂ ਜ਼ਰਰਾ ਹਾਂ, ਕੋਈ ਆਖੇ ਖੁਦਾਈ ਹਾਂ। ਬੜੀ ਹੀ ਨਰਮ ਪੱਤੀ ਹਾਂ, ਤੂਫਾਨਾਂ ਦੀ ਸਤਾਈ ਹਾਂ ਜੀ। ਕਿੰਨੀ ਅਜੀਬ ਗੱਲ ਆ ਨਾ। ਕੁੜੀਆਂ ਨੂੰ ਪੇਕੇ ਘਰ ਵਿੱਚ ਕਿਹਾ ਜਾਂਦਾ ਹੈ ਕਿ ਤੁਹਾਡਾ ਅਗਲਾ ਘਰ ਸਹੁਰਾ ਘਰ ਆ, ਤੁਸੀਂ ਜੋ ਕਰਨਾ ਸਹੁਰੇ ਘਰ ਜਾ ਕੇ ਕਰੋ। ਤੇ ਜਦੋਂ ਸਹੁਰੇ ਘਰ ਜਾਂਦੇ ਆ ਤਾਂ ਉਹ ਕਹਿੰਦੇ ਆ ਕਿ ਜੋ ਤੁਸੀਂ ਕਰਨਾ ਸੀ ਨਾ ਉਹ ਪੇਕੇ ਘਰ ਕਰਕੇ ਆ ਚੁੱਕੀਆਂ ਹੋ, ਹੁਣ ਸਹੁਰੇ ਘਰ ਨਹੀਂ ਤੁਸੀਂ ਕੁਝ ਕਰਨਾ। ਮੈਡਮ, ਮੈਂ ਤੁਹਾਡੇ ਬਾਰੇ ਇਹ ਸੁਣਿਆ ਹੈ ਕਿ ਜਦੋਂ ਤੁਸੀਂ ਸਹੁਰੇ ਘਰ ਸੀਗੇ ਜੀ, ਤੁਸੀਂ ਆਪਣੇ ਜਿਹੜੇ ਤੁਹਾਡੇ ਹਸਬੈਂਡ ਸੀਗੇ, ਤੁਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਕੂਲ ਜਾਣਾ। ਫਿਰ ਇੱਕ ਟਾਈਮ ਦੇ ਉੱਤੇ ਆ ਕੇ ਤੁਹਾਡੇ ਹਸਬੈਂਡ ਜਿਹੜੇ ਸੀਗੇ ਉਹ ਐਗਰੀ ਕਰ ਗਏ। ਤੁਹਾਨੂੰ ਕੀ ਲੱਗਦਾ ਹੈ ਕਿ ਉਹਦੇ ਵਿੱਚ ਉਹਨਾਂ ਨੂੰ ਐਗਰੀ ਕਰਨ ਦੇ ਵਿੱਚ, ਉਹਨਾਂ ਨੂੰ ਮਨਾਉਣ ਦੇ ਵਿੱਚ ਕਿਹਦਾ ਹੱਥ ਸੀਗਾ ਪਿੱਛੇ? ਪਹਿਲੀ ਗੱਲ ਤੇ ਇਹ ਆ ਵੀ ਜਿਵੇਂ ਕਹਿੰਦੇ ਹੁੰਦਾ ਨਾ ਵੀ ਜਦੋਂ ਪੱਥਰ ਤੇ ਬੂੰਦ ਪੈਂਦੀ ਰਹਿੰਦੀ ਆ ਤਾਂ ਉਹ ਪੱਥਰ 'ਚ ਛੇਕ ਕਰ ਦਿੰਦੀ ਆ। ਸੋ ਜਿਹੜੇ ਮੇਰੇ 12 ਸਾਲਾਂ ਦੇ ਤਰਲੇ ਸੀਗੇ ਹੈ ਨਾ, ਉਹ ਬਸ ਤਰਲਿਆਂ ਦੇ ਨਾਲ ਜਿਵੇਂ ਆਖਰ ਉਸ ਪੱਥਰ ਨੂੰ ਪਿਘਲਣਾ ਪਿਆ। ਉਹਨਾਂ ਦਾ ਪੱਥਰ ਮਨ ਸੀਗਾ ਜਿਹੜਾ, ਉਹ ਮੇਰੇ ਤਰਲਿਆਂ ਮੂਹਰੇ ਹਾਰ ਗਿਆ, ਕਿਉਂਕਿ ਮੈਂ ਨਿਸ਼ਚਾ ਕੀਤਾ ਸੀਗਾ ਵੀ ਮੈਂ ਆਨੀ ਬਹਾਨੀ ਇਸ ਬੰਦੇ ਨੂੰ ਕਹਿੰਦੀ ਰਹਿਣਾ ਵੀ ਮੈਂ ਪੜ੍ਹਨ ਲੱਗਣਾ, ਮੈਨੂੰ 10ਵੀਂ ਦੀਆਂ ਕਿਤਾਬਾਂ ਲੈ ਦਿਓ, ਮੈਂ ਸਕੂਲੇ ਜਾਣਾ। ਤੇ ਆਖਰ ਉਹ ਇੱਕ ਦਿਨ ਆ ਗਿਆ ਹੈ ਨਾ, ਜਦੋਂ ਉਹਨਾਂ ਨੇ ਕਿਹਾ ਵੀ ਚਲੋ ਤੂੰ ਲੈ ਆ 10ਵੀਂ ਦੀਆਂ ਕਿਤਾਬਾਂ। ਤੇ ਫਿਰ ਮੈਂ ਉਸੇ ਸਕੂਲ ਪੜ੍ਹਨ ਲੱਗ ਗਈ ਜਿੱਥੇ ਮੇਰੇ ਬੱਚੇ ਪੜ੍ਹਦੇ ਸੀਗੇ, ਕਿਉਂਕਿ ਉਦੋਂ ਤੱਕ ਮੇਰੀ ਬੇਟੀ ਫਸਟ ਵਿੱਚ ਪੜ੍ਹਦੀ ਸੀਗੀ ਤੇ ਬੇਟਾ KG 'ਚ। ਫਿਰ ਮੈਂ ਉਹਨੂੰ ਮੈਡਮ ਜਿਹੜੇ ਸੀਗੇ ਪ੍ਰਿੰਸੀਪਲ ਮੈਡਮ, ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਮੈਂ ਵੀ ਸਕੂਲੇ ਲੱਗਣਾ। ਤੇ ਉਹ ਪਹਿਲਾਂ ਤਾਂ ਹੈਰਾਨ ਹੋਏ ਹੈ ਨਾ, ਫਿਰ ਕਹਿੰਦੇ ਤੈਨੂੰ ਹੁਣ ਵੀ ਹੁਣ ਕੀ ਲੋੜ ਆ, ਤੂੰ ਆਪਣੇ ਬੱਚਿਆਂ ਨੂੰ ਪੜ੍ਹਾ। ਤੇ ਮੈਂ ਕਿਹਾ ਨਹੀਂ, ਮੈਨੂੰ ਤਾਂ ਵੀ ਬਹੁਤ ਮੁਸ਼ਕਿਲ ਨਾਲ ਆਗਿਆ ਮਿਲੀ ਆ ਘਰੋਂ ਪੜ੍ਹਨ ਦੀ 12 ਸਾਲਾਂ ਮਗਰੋਂ, ਵੀ ਹੁਣ ਮੈਂ ਇਹ ਮੌਕਾ ਨਹੀਂ ਗਵਾਉਣਾ ਚਾਹੁੰਦੀ ਵੀ ਮੈਂ 10ਵੀਂ ਬੱਚਿਆਂ 'ਚ ਬੈਠ ਕੇ ਕਰਨੀ ਆ, ਸਕੂਲੇ ਪੜ੍ਹਨ ਲੱਗਣਾ। ਕਿਉਂਕਿ ਜਦੋਂ ਮੈਂ ਸਕੂਲੋਂ ਪੜ੍ਹਨੋਂ ਹਟੀ ਸੀ ਨਾ, ਮੈਨੂੰ ਉਦੋਂ ਐਂ ਲੱਗਿਆ ਸੀ ਜਿਵੇਂ ਮੈਨੂੰ ਇੱਕ ਮਤਲਬ ਐਂ ਤੋੜ ਕੇ ਲਿਆਂਦਾ, ਜਿਵੇਂ ਵੇਲ ਨਾਲੋਂ ਫੁੱਲ ਤੋੜ ਲਿਆ ਹੋਵੇ ਕਿਸੇ ਨੇ ਘਰੂੰਟਾ ਮਾਰ ਕੇ ਹੈ ਨਾ। ਤਾਂ ਮੇਰੀਆਂ ਜਾਣੀਆਂ ਅੰਦਰਾਂ ਉਦੋਂ ਦੀਆਂ ਤੜਫਦੀਆਂ ਸੀਗੀਆਂ, ਮੇਰੇ ਉਹ ਜ਼ਖਮ ਉਵੇਂ ਹਰੇ ਸੀਗੇ। ਮੈਨੂੰ ਲੱਗਦਾ ਸੀਗਾ ਵੀ ਮੈਨੂੰ ਜਦੋਂ ਮੈਂ ਦੁਬਾਰਾ ਸਕੂਲ ਜਾਊਂਗੀ ਤਾਂ ਮੇਰੇ ਜ਼ਖਮ ਉਦੋਂ ਹੀ ਭਰੇ ਜਾਣਗੇ, ਕਿਉਂਕਿ ਮੈਨੂੰ ਸਕੂਲ ਦੇ ਸੁਪਨੇ ਨਹੀਂ ਸੀ ਆਉਣੋਂ ਹਟਦੇ। ਮੈਨੂੰ ਰੋਜ਼ ਸਕੂਲ ਦਾ ਸੁਪਨਾ ਆਉਂਦਾ ਸੀਗਾ ਵੀ ਕਦੇ ਮੈਂ ਸਹੇਲੀਆਂ ਨਾਲ ਜਾਂਦੀ ਹਾਂ ਸਕੂਲੇ, ਕਦੇ ਮੈਂ ਉੱਥੇ ਪੜ੍ਹਦੀ ਹਾਂ, ਕਦੇ ਮੇਰੇ ਪੇਪਰ ਚੱਲ ਰਹੇ ਨੇ, ਮੈਂ ਬਹੁਤ ਫਿਕਰ 'ਚ ਹਾਂ, ਮੈਂ ਤਿਆਰੀ ਕਰ ਰਹੀ ਹਾਂ। ਸੋ ਇੱਦਾਂ ਦੇ ਸਕੂਲ ਦੇ ਸੁਪਨੇ ਆਉਂਦੇ ਸੀਗੇ। ਫਿਰ ਪਰ ਜਦੋਂ ਮੇਰੇ ਜਿਹੜੇ ਮੈਡਮ ਸੀਗੇ ਉਹਨਾਂ ਨੇ ਮੈਨੂੰ ਬਹੁਤ ਮੇਰੇ ਤਰਲੇ ਕਰਾ ਕੇ, ਉਹਨਾਂ ਨੇ ਵੀ ਨਾ ਮਿਹਨਤਾਂ ਕਰਾ ਕੇ ਮੈਨੂੰ ਸਕੂਲੇ ਦਾਖਲ ਕਰ ਲਿਆ। ਅੱਛਾ, ਤੁਸੀਂ ਮਤਲਬ ਖੁਦ ਦੇ ਤੁਹਾਡੇ ਬੱਚੇ ਇੱਕੋ ਯੂਨੀਫਾਰਮ ਪਾ ਕੇ ਤੇ ਸਕੂਲੇ ਜਾਂਦੇ ਸੀਗੇ? ਮੈਨੂੰ ਉਹਨਾਂ ਨੇ ਯੂਨੀਫਾਰਮ ਤੋਂ ਨਿਜਾਤ ਦੇਤੀ ਸੀਗੀ, ਕਹਿੰਦੇ ਚੱਲ ਤੂੰ ਜਿਹੜਾ ਮਰਜ਼ੀ ਸੂਟ ਪਾ ਲਿਆ ਕਰ। ਪਹਿਲਾਂ ਕਹਿੰਦੇ ਸੀ ਸੋਚਦੇ ਸੀਗੇ ਵੀ ਯੂਨੀਫਾਰਮ, ਫਿਰ ਕਹਿੰਦੇ ਚੱਲ ਕੋਈ ਨਾ ਸੁਖਵਿੰਦਰ ਤੂੰ ਜਿਹੜਾ ਮਰਜ਼ੀ ਸੂਟ ਪਾ ਕੇ ਆ ਜਾ ਕਰ। ਤੇ ਪਰ ਅਸੀਂ ਫਿਰ ਤਿੰਨੇ ਸਕੂਲੇ ਜਾਂਦੇ ਸੀਗੇ। ਤੇ ਉਹ ਹੁਣ ਵੀ ਮੈਡਮ ਮੇਰੇ ਨਾਲ ਗੱਲਬਾਤ ਕਰਦੇ ਆ ਕਦੇ ਕਦੇ,
ਮੇਰੇ ਤੇ ਮਾਣ ਕਰਦੇ ਆ, ਕਹਿੰਦੇ ਅਸੀਂ ਤੇਰੀਆਂ ਉਦਾਹਰਨਾਂ ਦਿੰਦੇ ਆ ਬੱਚਿਆਂ ਨੂੰ, ਕਿਉਂਕਿ ਮੈਂ ਬਹੁਤ ਲਗਨ ਨਾਲ ਪੜ੍ਹੀ ਸੀਗੀ। ਫਿਰ ਮੇਰੇ ਸਾਹਮਣੇ ਚੁਣੌਤੀ ਸੀ ਬਹੁਤ ਵੱਡੀ ਵੀ ਜੇ ਮੈਂ 10ਵੀਂ 'ਚੋਂ ਫੇਲ ਹੋ ਗਈ ਤਾਂ ਮੇਰੇ ਘਰ ਦੇ ਮੇਰਾ ਆਸ ਗੁਆਂਢ, ਮੇਰਾ ਸ਼ਰੀਕਾ ਕਬੀਲਾ ਤੇ ਇਹ ਸਕੂਲ ਵਾਲੇ ਕੀ ਕਹਿਣਗੇ ਵੀ ਆ ਤੂੰ ਕੀ ਕੀਤਾ। ਇਹ ਹੁਣ ਰੰਗ ਲਾ ਵੀ ਰੰਗ ਲਾ ਤੇ ਮਤਲਬ ਤੁਸੀਂ ਆਪ ਮਤਲਬ ਸਵੇਰੇ ਉੱਠ ਕੇ ਮੈਂ ਰੂਟੀਨ ਥੋੜੀ ਸੋਚ ਸਕਦੀ ਹਾਂ ਕਿ ਤੁਸੀਂ ਸਵੇਰੇ ਉੱਠ ਕੇ ਰੋਟੀ ਬਣਾਉਂਦੇ ਹੋਵੋਗੇ, ਫਿਰ ਆਪ ਵੀ ਤਿਆਰ ਹੁੰਦੇ, ਬੱਚਿਆਂ ਨੂੰ ਤਿਆਰ ਕਰਨਾ, ਘਰ ਵਾਲੇ ਨੇ ਵੀ ਕੰਮ ਤੇ ਜਾਣਾ, ਘਰ ਦਾ ਸਾਫ਼ ਸਫਾਈ ਦਾ ਸਾਰਾ ਕੰਮ ਕਰਨਾ। ਹਾਂਜੀ, ਕਿਵੇਂ ਤੁਸੀਂ ਇਹ ਸਾਰਾ ਕੁਝ ਮੈਨੇਜ ਕੀਤਾ? ਪਤਾ ਨਹੀਂ, ਮੈਂ ਹੈਰਾਨ ਹੁੰਨੀ ਆ ਵੀ ਮੈਂ ਕਿਵੇਂ ਕਰ ਲਿਆ ਸਾਰਾ ਕੁਝ, ਕਿਉਂਕਿ ਘਰ ਦਾ ਸਾਰਾ ਕੰਮ ਮੈਂ ਆਪ ਹੱਥੀਂ ਕਰਦੀ ਸੀਗੀ। ਇਦਾਂ ਕੋਈ ਉਦੋਂ ਆਇਆ ਨਹੀਂ ਸੀਗਾ ਵੀ ਝਾੜੂ ਪੋਚੇ ਵਾਲੇ, ਕੋਈ ਇਦਾਂ ਦਾ ਸਿਸਟਮ ਨਹੀਂ ਸੀ ਸਾਡੇ ਘਰ 'ਚ। ਸਾਰਾ ਜਾਣੀ ਮੇਰੀ ਜ਼ਿੰਮੇਵਾਰੀ ਸੀਗੀ, ਬੱਚਿਆਂ ਦੀ ਵੀ, ਘਰ ਵਾਲਿਆਂ ਦੀ, ਸੱਸ ਸਹੁਰਾ ਜਿਵੇਂ ਸੀਗੇ ਸਾਰਾ ਪਰਿਵਾਰ ਹੈ ਨਾ। ਤੇ ਫਿਰ ਮੈਂ ਆਪਣਾ ਵੀ ਘਰ ਦਾ ਕੰਮ, ਆਪਣਾ ਸਕੂਲ ਦਾ ਕੰਮ ਵੀ ਕਰਨਾ, ਬੱਚਿਆਂ ਦਾ ਵੀ ਕਰਾਉਣਾ। ਮਤਲਬ ਸਾਰੀ ਰਾਤ ਪੜ੍ਹ ਕੇ ਮੈਂ ਥੋੜੀ ਢਿੱਲੀ ਵੀ ਹੋ ਗਈ ਸੀਗੀ, ਮੈਨੂੰ ਛੁੱਟੀਆਂ ਵੀ ਲੈਣੀਆਂ ਪਈਆਂ ਬਾਅਦ ਵਿੱਚ, ਮੈਨੂੰ ਪੀਲੀਆ ਹੀ ਹੋ ਗਿਆ ਸੀਗਾ। ਹਾਂਜੀ, ਬਹੁਤ ਮੁਸ਼ਕਿਲ ਨਾਲ ਹੀ ਮਤਲਬ ਮੈਂ 10ਵੀਂ ਕੀਤੀ ਸੀ। ਪਰ ਜਦੋਂ ਮੈਂ ਰਿਜ਼ਲਟ ਪਤਾ ਕਰਨ ਗਈ ਨਾ ਤੇ ਮੈਂ ਕਿਹਾ ਮੈਡਮ ਵੀ ਕਿੱਦਾਂ ਕੀ ਬਣਿਆ, ਤੇ ਮੈਡਮ ਕਹਿੰਦੇ ਮੈਨੂੰ ਬਸ ਇੱਕ ਗੱਲ ਦਾ ਅਫਸੋਸ ਆ, ਜਾਣ ਕੇ ਨਾ ਡਰਾਮਾ ਕੀਤਾ ਉਹਨਾਂ ਨੇ। ਕਹਿੰਦੇ ਤੂੰ, ਮੈਂ ਡਰ ਗਈ, ਮੈਂ ਕਿਹਾ ਕੀ ਹੋ ਗਿਆ, ਮੈਂ ਕਿਹਾ ਕੰਪਾਰਟਮੈਂਟ ਆ ਗਈ, ਮੈਂ ਹੀ ਸੋਚਿਆ। ਕਹਿੰਦੇ ਨਹੀਂ, ਤੂੰ 2 ਨੰਬਰਾਂ ਪਿੱਛੇ ਨਾ ਤੇਰੀ ਫਸਟ ਡਿਵੀਜ਼ਨ ਰਹਿ ਗਈ। ਕਹਿੰਦੇ ਤੂੰ ਨਾ 58% ਨੰਬਰ ਲਏ ਆ, ਜੇ ਤੂੰ 60% ਲੈ ਜਾਂਦੀ ਤੇਰੀ ਫਸਟ ਡਿਵੀਜ਼ਨ ਬਣਨੀ। ਇੱਦਾਂ ਫਿਰ ਨਾ, ਸੋ ਫਿਰ ਮੈਂ ਬਸ MA ਕਰ ਲਈ ਹੌਲੀ ਹੌਲੀ। ਤੇ ਮੈਮ ਤੁਹਾਡੀ ਜਿੱਦਾਂ ਪੜ੍ਹਾਈ ਤੁਸੀਂ ਕਰ ਰਹੇ ਸੀਗੇ, ਸਹੁਰੇ ਘਰ ਸੱਸ ਸਹੁਰਾ ਸਾਹਿਬ ਤੇ ਫਿਰ ਪੇਕੇ ਘਰ ਮਾਂ ਜੀ ਪਿਓ ਦਾ, ਉਹਨਾਂ ਦਾ ਕੀ ਰਿਐਕਸ਼ਨ ਸੀਗਾ ਤੁਹਾਡੇ ਪੜ੍ਹਾਈ ਦੇ ਪ੍ਰਤੀ? ਬਸ ਉਹ ਕਹਿੰਦੇ ਸੀਗੇ ਵੀ ਜਿੱਦੀ ਆ, ਵੀ ਇਹਨੇ ਆਪਣੀ ਜਿੱਦ ਪਕਾ ਲਈ। ਅੰਦਰੋਂ ਉਹਨਾਂ ਨੂੰ ਗੁੱਸਾ ਚੜ੍ਹਦਾ ਸੀਗਾ ਜਦੋਂ ਜਦੋਂ ਮੈਂ ਪੜ੍ਹਦੀ ਵੀ ਸੀ ਨਾ, ਫਿਰ ਉਹਨਾਂ ਨੂੰ ਵੀ ਆਨੇ ਬਹਾਨੇ ਨਾ ਮਤਲਬ ਉਹ ਤੰਗ ਹੁੰਦੇ ਸੀਗੇ ਤੇ ਤੰਗ ਕਰਦੇ ਵੀ ਸੀਗੇ ਵੀ ਹੁਣ ਕਿਤਾਬਾਂ ਲੈ ਕੇ ਬੈਠੀ ਰਹਿੰਦੀ ਆ, ਇਹਨੂੰ ਹੁਣ ਇਹਦੀ ਪੜ੍ਹਨ ਦੀ ਉਮਰ ਆ, ਇਹ ਮਤਲਬ ਘਰ ਦਾ ਕੰਮ ਕਾਰ ਕਰੇ। ਹੁਣ ਸਾਡਾ ਆਸ ਗੁਆਂਢ ਮਖੌਲ ਕਰਦਾ ਵਾ ਸਾਨੂੰ, ਕਹਿੰਦੇ ਤੁਹਾਡੀ ਨੂੰਹ ਹੁਣ ਪੜ੍ਹਨ ਲੱਗੀ ਆ। ਸੋ ਮੈਂ ਐਵੇਂ ਚੁੰਨੀ 'ਚ ਕਿਤਾਬਾਂ ਲਕੋ ਕੇ ਲਿਜਾਣੀਆਂ, ਬਹੁਤ ਮੈਨੂੰ ਸੰਗ ਲੱਗਦੀ ਹੁੰਦੀ ਸੀਗੀ। ਮੈਂ ਨੀਵੀਂ ਪਾ ਕੇ ਲਕੋ ਕੇ ਜੇ ਕਿਤਾਬਾਂ ਲੰਘ ਜਾਣਾ ਹਨਾ। ਜੇ ਰਾਹਾਂ ਵਿੱਚ ਬੰਦਿਆਂ ਦੇ ਮੂੰਹਾਂ ਵਾਲੇ ਸ਼ੇਰ ਬਘੇਲੇ ਨਾ ਹੁੰਦੇ ਤਾਂ ਕੁੜੀਆਂ ਵੀ ਜਾ ਸਕਦੀਆਂ ਸੀ ਬਾਬੇ ਨਾਨਕ ਵਾਂਗ ਉਦਾਸੀਆਂ ਤੇ, ਤਾਂ ਕੁੜੀਆਂ ਵੀ ਜਾ ਸਕਦੀਆਂ ਸੀ ਗੌਤਮ ਬੁੱਧ ਵਾਂਗ ਨਿਰਵਾਣ ਦੀ ਪ੍ਰਾਪਤੀ ਲਈ। ਤਾਂ ਉਹਨਾਂ 7 ਰਿਸ਼ੀਆਂ ਵਿੱਚ ਇੱਕ ਰਿਸ਼ਿਕਾ ਵੀ ਜ਼ਰੂਰ ਹੁੰਦੀ ਜੇ ਰਾਹਾਂ ਵਿੱਚ ਬੰਦਿਆਂ ਦੇ ਮੂੰਹਾਂ ਵਾਲੇ ਸ਼ੇਰ ਬਘੇਲੇ ਨਾ ਹੁੰਦੇ। ਮੈਮ ਤੁਹਾਡੀ ਲਿਖੀ ਹੋਈ ਇਹ ਕਵਿਤਾ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਰਾਹਾਂ 'ਚ ਇਹ ਜਿਹੜੇ ਸ਼ੇਰ ਬਘੇਲੇ ਨੇ, ਇਹ ਤੁਸੀਂ ਕਿਹਨਾਂ ਨੂੰ ਕਿਹਾ ਹੈ? ਕਿਹੜੇ ਸ਼ੇਰ ਬਘੇਲੇ ਨੇ? ਅਸਲ ਵਿੱਚ ਨਾ ਜਦੋਂ ਅਸੀਂ ਪੜ੍ਹਦੀਆਂ ਸੀਗੀਆਂ, ਸਾਨੂੰ ਦੂਜੇ ਪਿੰਡ ਪੜ੍ਹਨ ਜਾਣਾ ਪੈਂਦਾ ਸੀਗਾ। ਪਹਿਲਾਂ ਤਾਂ ਮਤਲਬ ਬਹੁਤੇ ਮਾਪੇ ਤਾਂ ਲਾਉਂਦੇ ਨਹੀਂ ਸੀ ਸਕੂਲੇ, ਕਹਿੰਦੇ ਸੀਗੇ ਵੀ ਕੁੜੀਆਂ ਨੂੰ ਦੂਰ ਨਹੀਂ ਭੇਜ ਸਕਦੇ ਅਸੀਂ। ਤੇ ਫਿਰ ਜੇ ਲਾ ਦਿੰਦੇ ਸੀਗੇ ਫਿਰ ਉਹਨਾਂ ਦੀ ਜਾਨ ਮੁੱਠੀ ਚਾਈ ਰਹਿੰਦੀ ਸੀ ਵੀ ਕੁੜੀਆਂ ਦੂਜੇ ਪਿੰਡ ਪੜ੍ਹਨ ਜਾਂਦੀਆਂ, ਤੁਰ ਕੇ ਜਾਣਾ ਅਸੀਂ 2.5-3 ਕਿਲੋਮੀਟਰ, ਕਈ ਵਾਰੀ ਬੱਸ ਵਿੱਚ ਚੱਲ ਜਾਣਾ ਹੈ ਨਾ, ਬੱਸ ਨੇ ਕਈ ਵਾਰੀ ਸਾਨੂੰ ਲੈ ਕੇ ਜਾਣਾ, ਕਈ ਵਾਰੀ ਨਾ ਲੈ ਕੇ ਜਾਣਾ। ਤੇ ਇਹ ਜਿਹੜੀਆਂ ਸਾਰੀਆਂ ਇਹ ਮਾਪਿਆਂ ਨੂੰ ਕਿਉਂ ਸੋਚਣਾ ਪੈਂਦਾ ਵੀ ਅਸੀਂ ਕੁੜੀਆਂ ਅੱਖਾਂ ਤੋਂ ਪਰੇ ਨਹੀਂ ਕਰਨੀਆਂ, ਕੁੜੀਆਂ ਕਿਉਂ ਨਹੀਂ ਮਤਲਬ ਉੱਚੀ ਸਿੱਖਿਆ ਪ੍ਰਾਪਤ ਕਰ ਸਕਦੀਆਂ, ਕਿਉਂ ਨਹੀਂ ਮਤਲਬ ਉੱਚੀਆਂ ਰੁਤਬਿਆਂ ਤੇ ਜਾ ਸਕਦੀਆਂ, ਕਿਉਂ ਨਹੀਂ ਆਪਣੇ ਪੈਰਾਂ ਤੇ, ਇਹਨਾਂ ਦੇ ਰਾਹ 'ਚ ਕੀ ਆਉਂਦਾ ਵਾ ਸਾਰਾ ਉਹ ਜਿਹੜੀ ਮੈਨੂੰ, ਕਿਉਂਕਿ ਸਾਡੇ ਸਮਾਜ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਮਸਲਾ ਵਾ ਕੁੜੀਆਂ ਨੂੰ ਲੈ ਕੇ, ਉਹ ਉਹਦਾ ਸੁਰੱਖਿਆ ਦਾ ਮਸਲਾ ਵਾ। ਇਸ ਕਰਕੇ ਮੈਨੂੰ ਲੱਗਦਾ ਵੀ ਉਹਨਾਂ ਦੇ ਰਾਹ ਦੇ ਵਿੱਚ ਉਹ ਬੰਦੇ ਆਉਂਦੇ ਨੇ, ਉਹ ਸਾਡਾ ਪੁਰਸ਼ ਪ੍ਰਧਾਨ ਸਮਾਜ ਆ, ਜਾਂ ਉਹ ਜਿਹੜੀ ਨੀਵੀਂ ਮਾਨਸਿਕਤਾ ਵਾਲੇ ਬੰਦੇ, ਨੀਵੀਂ ਸੋਚ ਵਾਲੇ ਹਨਾ, ਵੀ ਜਿਨ੍ਹਾਂ ਦੇ ਕਰਕੇ ਸਾਡੀ ਜਿਹੜੀ ਕੁੜੀ ਘਰੋਂ ਬਾਹਰ ਨਹੀਂ ਜਾ ਸਕਦੀ, ਇਕੱਲੀ ਕਾਰੀ ਕਿਤੇ ਰਸਤਿਆਂ ਦੇ ਵਿੱਚ ਤੁਰ ਨਹੀਂ ਸਕਦੀ। ਨੇਰੇ ਸਵੇਰੇ ਉਹਨੂੰ ਮਤਲਬ ਜੇ ਜਾਣਾ ਪੈ ਜਾਵੇ, ਕਿਤੇ ਤੁਰ ਕੇ ਜਾਣਾ ਪੈ ਜਾਵੇ ਕੁੜੀ ਨੂੰ, ਇਕੱਲੀ ਕਾਰੀ ਨੂੰ, ਉਹ 20 ਵਾਰੀ ਪਿੱਛੇ ਮੁੜ ਕੇ ਦੇਖਦੀ ਆ ਵੀ ਮੇਰੇ ਪਿੱਛੇ ਤਾਂ ਨਹੀਂ ਕੋਈ ਆਉਂਦਾ। ਸੋ ਇਸ ਕਰਕੇ ਇਸ ਦੁੱਖ 'ਚੋਂ ਇਹ ਕਵਿਤਾ ਨੇ ਜਨਮ ਲਿਆ। ਮੈਡਮ ਜਦੋਂ ਕੁੜੀਆਂ ਦੀ ਗੱਲ ਕਰ ਰਹੇ ਸੀ ਨਾ, ਤੇ ਮੈਂ ਸੋਚ ਰਹੀ ਸੀਗੀ ਕਿ ਅਕਸਰ ਇਹ ਚੀਜ਼ ਹੁੰਦੀ ਆ ਕਿ ਜਦੋਂ ਕੁੜੀਆਂ ਬੱਸ ਵਿੱਚ, ਟ੍ਰੇਨ 'ਚ ਸਫ਼ਰ ਕਰਦੀਆਂ ਨੇ ਜੀ, ਤੇ ਭਾਵੇਂ ਕੋਈ ਮੁੰਡੇ ਭਾਵੇਂ ਕੁਝ ਕਹਿਣ ਵੀ, ਸਾਨੂੰ ਪਤਾ ਹੁੰਦਾ ਕੁੜੀਆਂ ਨੂੰ ਕਿ ਸਾਨੂੰ ਰੋਜ਼ ਕੀ ਸਫ਼ਰ ਕਰਨਾ ਪੈਂਦਾ,
ਪਰ ਅਸੀਂ ਉਹ ਚਾਹ ਕੇ ਵੀ ਗੱਲਾਂ ਘਰ ਨਹੀਂ ਦੱਸਦੀਆਂ। ਜੀ ਅਸੀਂ ਰੋਜ਼ ਜਿਹੜੀਆਂ ਚੀਜ਼ਾਂ ਘਟਨਾਵਾਂ ਸਾਡੇ ਨਾਲ ਹੁੰਦੀਆਂ ਨੇ, ਜੋ ਜੀ। ਚੀਜ਼ਾਂ ਸਾਨੂੰ ਸਹਿਣ ਕਰਨੀਆਂ ਪੈਂਦੀਆਂ ਨੇ, ਉਹ ਅੰਦਰ ਹੀ ਅੰਦਰ ਸਾਡੇ ਸਮਾ ਜਾਂਦੀਆਂ ਨੇ। ਜੀ। ਕਿਉਂਕਿ ਡਰ ਇਹ ਹੁੰਦਾ ਹੈ ਸ਼ਾਇਦ ਕਿ ਜੇ ਅਸੀਂ ਆਪਣੇ ਮਾਪਿਆਂ ਨੂੰ ਦੱਸਾਂਗੇ ਤਾਂ ਉਹ ਸਾਨੂੰ ਇਹ ਕਹਿ ਦੇਣਗੇ ਕਿ ਤੁਸੀਂ ਘਰ ਬਹਿ ਜਾਓ, ਜੀ ਤੁਸੀਂ ਪੜ੍ਹਾਈ ਨਾ ਕਰੋ। ਹਾਂਜੀ। ਬਹੁਤ ਲੋੜ ਆ ਕਿ ਅਜਿਹਾ ਜਿਹੜਾ ਸਮਾਜ ਆ, ਮਾਪੇ ਆ, ਜਿਹੜੇ ਮੁੰਡੇ ਆ, ਮਤਲਬ ਜੀ। ਅਸੀਂ ਕਹਿ ਦਿੰਦੇ ਹਾਂ ਕਿ ਕੁੜੀਆਂ ਨੂੰ ਸਿਖਾਓ, ਕੁੜੀਆਂ ਨੂੰ ਪੜ੍ਹਾਓ, ਪਰ ਮੈਨੂੰ ਲੱਗਦਾ ਹੈ ਕਿ ਅੱਜ ਦੇ ਸਮਾਜ ਦੇ ਵਿੱਚ ਇਹ ਜ਼ਰੂਰੀ ਆ ਕਿ ਮਾਪੇ ਮੁੰਡਿਆਂ ਨੂੰ ਸਿਖਾਉਣ ਕਿ ਤੁਸੀਂ ਕੁੜੀਆਂ ਦੀ ਇੱਜ਼ਤ ਕਿਵੇਂ ਕਰਨੀ ਆ। ਸਾਡੇ ਗੁਆਂਢੀਆਂ ਦੀ ਕੁੜੀ ਸੀਗੀ ਤੇ ਉਹਨੇ ਨਾ ਘਰ ਆ ਕੇ ਦੱਸਤਾ ਆਪਣੇ ਮਾਪਿਆਂ ਨੂੰ ਵੀ ਹਾਂਜੀ। ਬੱਸ ਦੇ ਵਿੱਚ ਇੱਕ ਮੁੰਡਾ ਛੇੜਦਾ ਮੈਨੂੰ, ਜਦ ਰੋਜ਼ ਮੈਂ ਜਦੋਂ ਸਕੂਲੇ ਜਾਂਦੀ ਆ, ਜਦੋਂ ਬੱਸ 'ਚ ਜਾਂਦੇ ਸੀਗੇ ਤੇ ਉਹਨਾਂ ਨੇ ਮੁੜ ਕੇ ਸਕੂਲੋਂ ਕੁੜੀ ਉਠਾ ਲਈ। ਉਹ ਬਹੁਤ ਕਿਵੇਂ ਹੁਸ਼ਿਆਰ ਦਾ? ਕੁੜੀ ਸੀ, ਬਹੁਤ ਹਮ, ਹੁਸ਼ਿਆਰ ਕੁੜੀ ਸੀਗੀ, ਹਮ। ਬਹੁਤ ਮਤਲਬ ਇਦਾਂ ਦੀਆਂ ਬਹੁਤ ਜ਼ਿਆਦਾ ਕੁੜੀਆਂ ਨੂੰ ਸਹਿਣਾ ਪੈਂਦਾ ਵਾ। ਮਤਲਬ ਫਿਰ ਉਹਨਾਂ ਦਾ ਸਾਰਾ ਕਰੀਅਰ ਮਤਲਬ ਉੱਥੇ ਹੀ ਕਿਤੇ ਬੰਦ ਨਾ ਹੋ ਕਿਤੇ ਉਹ ਬਸ ਤੁਹਾਡੇ ਜੀ। ਮਤਲਬ ਕਿਸੇ ਮੁੰਡੇ ਦੇ ਛੋਟੇ ਜਿਹੇ ਸਟੈਪ ਦੇ ਨਾਲ ਤੁਹਾਨੂੰ ਨਹੀਂ ਜੀ। ਪਤਾ ਕਿ ਇੱਕ ਕੁੜੀ ਦੀ ਜ਼ਿੰਦਗੀ ਜਿਹੜੀ ਉਹ ਬਰਬਾਦ ਹੋ ਸਕਦੀ ਹੈ। ਹਾਂਜੀ ਮੈਡਮ, ਤੁਹਾਡੀ ਜਿਹੜੀ ਪਹਿਲੀ ਕਿਤਾਬ ਸੀ ਸੂਰਜਾਂ ਦੀ ਦਹਿਲੀਜ਼, ਹਾਂਜੀ। ਤੁਸੀਂ ਜਦੋਂ ਪਬਲਿਸ਼ ਹੁੰਦੀ ਆ ਤੇ ਤੁਹਾਡੀ ਜ਼ਿੰਦਗੀ ਕਿਵੇਂ ਬਦਲਦੀ ਆ? ਪਹਿਲਾਂ ਸੁਖਵਿੰਦਰ ਅੰਮ੍ਰਿਤ ਤੇ ਉਸ ਤੋਂ ਬਾਅਦ ਸੁਖਵਿੰਦਰ ਅੰਮ੍ਰਿਤ, ਕੀ ਅੰਤਰ ਸੀਗਾ? ਬਸ ਉਸ ਕਿਤਾਬ ਨੇ ਮੈਨੂੰ, ਮੈਂ ਕਹੂੰਗੀ, ਸੁਖਵਿੰਦਰ ਅੰਮ੍ਰਿਤ ਬਣਾਇਆ। ਪਹਿਲਾਂ ਮੈਂ ਸਿਰਫ ਸੁਖਵਿੰਦਰ ਸੀਗੀ, ਕਿਉਂਕਿ ਮੈਨੂੰ ਜੋ ਵੀ ਬਣਾਇਆ, ਮੈਨੂੰ ਮੇਰੀ ਕਵਿਤਾ ਨਹੀਂ ਬਣਾਇਆ। ਮੇਰੀ ਜਿਹੜੀ ਸਾਰੀ ਜ਼ਿੰਦਗੀ ਆ, ਮੇਰੇ ਸਾਰੇ ਸੁਪਨੇ, ਮੇਰੀਆਂ ਸਾਰੀਆਂ ਆਸਾਂ, ਮੇਰੀਆਂ ਸਾਰੀਆਂ ਪ੍ਰਾਪਤੀਆਂ, ਮੇਰਾ ਹੋਣ ਥੀਣ ਸਾਰਾ ਮੇਰੀ ਕਵਿਤਾ ਦੇ ਦੁਆਲੇ ਘੁੰਮਦਾ ਵਾ। ਮੇਰਾ ਜੋ ਕੁਝ ਵੀ ਬਣਨ ਦਾ ਜਿਹੜਾ ਸਫ਼ਰ ਆ ਉਹ ਕਵਿਤਾ ਤੋਂ ਹੀ ਸਟਾਰਟ ਹੁੰਦਾ। ਸੋ ਕਵਿਤਾ ਮੇਰੀ ਜ਼ਿੰਦਗੀ ਦਾ ਇੱਕ ਕੇਂਦਰ ਬਿੰਦੂ ਆ। ਸੋ ਮੈਂ ਸਾਰਾ ਸਿਹਰਾ ਇਸ ਆਪਣੀ ਕਵਿਤਾ ਨੂੰ, ਆਪਣੀ ਲਿਖਤ ਨੂੰ ਹੀ ਦਿੰਨੀ ਆ, ਆਪਣੀ ਕਲਮ ਨੂੰ ਦਿੰਨੀ ਆ। ਮੈਮ, ਕਿਤੇ ਨਾ ਕਿਤੇ ਜਦੋਂ ਇਹ ਤੁਹਾਡੀ ਕਿਤਾਬ ਆਉਂਦੀ ਆ ਤੇ ਇੱਕ ਚਰਚਾ ਸ਼ੁਰੂ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਕਵਿਤਾਵਾਂ, ਗਜ਼ਲਾਂ ਵਾਲੀ ਕੋਈ ਔਰਤ ਉੱਠੀ ਆ। ਜੀ ਤੁਹਾਨੂੰ ਕੀ ਲੱਗਦਾ ਹੈ ਕਿ ਮਰਦ ਪ੍ਰਧਾਨ ਸਮਾਜ ਵਿੱਚ ਇੱਕ ਔਰਤ ਉੱਠਦੀ ਆ ਜੀ। ਤਾਂ ਉਹਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਮੈਨੂੰ ਲੱਗਦਾ ਔਰਤਾਂ ਦੀਆਂ ਮੁਸ਼ਕਲਾਂ ਦਾ ਅੰਤ ਹੁੰਦਾ ਹੀ ਨਹੀਂਗਾ ਜਿਉਂਦੇ ਜੀ। ਜਦੋਂ ਕਿਸੇ ਖੇਤਰ, ਪਹਿਲਾਂ ਤਾਂ ਦੇਖੋ ਔਰਤ ਦੇ ਕਿੰਨੇ ਦੂਰੇ ਤੇਰੇ ਮਤਲਬ ਸੰਘਰਸ਼ ਨੇ, ਹਨਾ। ਦੁੱਖ ਵੀ ਉਹਦੇ ਕਈ ਪਰਤੇ ਨੇ, ਸੰਘਰਸ਼ ਵੀ ਕਈ ਪਰਤੇ ਆ। ਪਹਿਲਾਂ ਇੱਕ ਪਰਿਵਾਰ ਦਾ ਐਡਾ ਵੱਡਾ, ਹਨਾ, ਸਟਰਗਲ, ਉਹਨੂੰ ਮਸਾਂ ਮਨਾਇਆ, ਯਾਨੀ ਇੰਨੇ ਸਾਲਾਂ ਦੇ ਵਿੱਚ ਵੀ ਮੈਨੂੰ ਪੜ੍ਹਨ ਲਾ ਦਿਓ। ਫਿਰ ਇੰਨੇ ਸਾਲਾਂ ਦੀ ਪੜ੍ਹਾਈ ਤੋਂ ਬਾਅਦ ਫਿਰ ਮੇਰੀ ਕਿਤਾਬ ਛਪੀ, ਹੈ ਨਾ। ਫਿਰ ਉਹ ਕਿਤਾਬ ਲੈ ਕੇ ਜਦੋਂ ਮੈਂ ਆਉਂਦੀ ਹਾਂ ਆਪਣੇ ਖੇਤਰ ਦੇ ਵਿੱਚ, ਤਾਂ ਫਿਰ ਮੇਰਾ ਜਿਹੜਾ ਮੇਰੇ ਸਮਕਾਲੀ, ਮੇਰੇ ਨਾਲ ਦੇ, ਮੇਰਾ ਭਾਈਚਾਰਾ, ਸ਼ਰੀਕਾ ਕਬੀਲਾ, ਮੇਰੇ ਲੇਖਕ, ਮੇਰੇ ਆਲੋਚਕ, ਮਤਲਬ ਫਿਰ ਮੈਂ ਜਾਣਾ ਵਾਂ ਕਿਤੇ, ਹੈ ਨਾ, ਕਿਸੇ ਫੰਕਸ਼ਨਾਂ 'ਤੇ ਕਿਤੇ, ਮਤਲਬ ਬਹੁਤ ਜ਼ਿਆਦਾ ਕੁਛ ਸੀਗਾ ਵੀ ਜਿਹੜਾ ਮੈਨੂੰ ਬਹੁਤ ਦੇਰ ਬਾਅਦ ਸਮਝ ਆਇਆ। ਵੀ ਹਾਲੇ ਵੀ ਮੈਨੂੰ ਕੁਛ ਗੱਲਾਂ, ਮੈਨੂੰ ਲੱਗਦਾ ਸਮਝ ਨਹੀਂ ਆ ਰਹੀਆਂ ਮੈਨੂੰ ਵੀ ਇਹ ਕਿਉਂ ਹੋ ਰਿਹਾ। ਹੁਣ ਵੀ ਇੱਦਾਂ ਕੁਛ ਹੁੰਦਾ ਰਹਿੰਦਾ, ਹੈ ਨਾ, ਵੀ ਇਹ ਕਿਉਂ ਹੋ ਰਿਹਾ। ਪਰ ਬਹੁਤ ਔਖਾ ਵਾ ਬਸ ਵਿਚਰਨਾ ਨਾ ਕੁੜੀਆਂ ਦਾ। ਮਤਲਬ ਜਦੋਂ ਰੌਸ਼ਨੀ 'ਚ ਆ ਜਾਂਦੀਆਂ ਨੇ ਕੁੜੀਆਂ ਕਿਤੇ, ਇੰਨੇ ਸਟਰਗਲ ਤੋਂ ਬਾਅਦ ਵੀ ਉਹਨਾਂ ਦੀ ਪ੍ਰਤਿਭਾ ਨੂੰ ਛੇਤੀ ਸਵੀਕਾਰ ਨਹੀਂ ਕੀਤਾ ਜਾਂਦਾ। ਉਹਨਾਂ ਨੂੰ ਇੱਕ ਐਜ਼ ਏ ਔਰਤ ਹੀ ਦੇਖਿਆ ਜਾਂਦਾ, ਕੁੜੀ ਵਾਂਗੂ ਹੀ ਦੇਖਿਆ ਜਾਂਦਾ। ਉਹਨਾਂ ਦੀ ਪ੍ਰਤਿਭਾ ਨੂੰ ਤਾਂ ਗੌਲੇ ਨਹੀਂ ਜਾਂਦਾ। ਮਤਲਬ ਬਹੁਤ ਤੁਹਾਨੂੰ ਬਹੁਤ ਜ਼ੋਰ ਲਾਉਣਾ ਪੈਂਦਾ, ਬਹੁਤ ਤਰੱਦਦ ਕਰਨਾ ਪੈਂਦਾ, ਬਹੁਤ ਮਿਹਨਤ ਕਰਨੀ ਪੈਂਦੀ ਆ ਕੁੜੀ ਨੂੰ ਇਹ ਦੱਸਣ ਵਾਸਤੇ ਵੀ ਮੈਂ ਵੀ ਪ੍ਰਤਿਭਾਵਾਨ ਆ, ਮੈਂ ਵੀ ਲਿਖ ਸਕਦੀ ਹਾਂ, ਮੈਂ ਮਤਲਬ ਮੇਰੇ 'ਚ ਵੀ ਆਹ ਗੁਣ ਹੈਗੇ ਨੇ, ਵੀ ਇਹਨਾਂ ਨੂੰ ਵੀ ਦੇਖੋ। ਵੀ ਮੇਰੀਆਂ ਸਿਰਫ ਅੱਖਾਂ ਦਾ ਮਸਕਾਰਾ ਇਹਨਾਂ ਦੇਖੋ, ਇਹਨਾਂ ਦੇ ਵਿੱਚ ਵੀ ਨੂਰ ਹੈਗਾ ਵਾ, ਰੋਸ਼ਨੀ ਹੈਗੀ ਆ, ਮੇਰੇ ਮਨ ਵਿੱਚ ਸੰਵੇਦਨਾ ਹੈਗੀ ਆ, ਮੇਰੇ ਦਿਮਾਗ 'ਚ ਚਾਨਣ ਹੈਗਾ, ਮੇਰੇ ਮੱਥੇ ਵਿੱਚ ਵੀ ਜੋਤ ਜਗਦੀ ਆ, ਵੀ ਮੇਰੇ ਹੱਥ ਵੀ ਕਲਾਕ੍ਰਿਤੀਆਂ ਬਣਾ ਸਕਦੇ ਆ। ਇਹ ਸਾਬਤ ਕਰਨਾ ਪੈਂਦਾ ਤੁਹਾਨੂੰ, ਮਤਲਬ। ਪਰ ਫਿਰ ਮੈਂ ਸੋਚਦੀ ਹਾਂ ਵੀ ਜਦੋਂ ਕੁੜੀਆਂ ਮਿਹਨਤ ਕਰਦੀਆਂ ਰਹਿੰਦੀਆਂ, ਉਹਨਾਂ ਦੇ ਜਿਹੜੀ ਪ੍ਰਤਿਭਾ ਹੁੰਦੀ ਆ, ਮੈਂ ਇਹੀ ਕਹਿੰਦੀ ਹਾਂ ਵੀ ਕੁੜੀਆਂ ਨੂੰ ਨਾ ਭਰੋਸਾ ਰੱਖੋ। ਤੁਸੀਂ ਤੁਹਾਡੇ 'ਚ ਪ੍ਰਤਿਭਾ ਹੈਗੀ ਹੈ ਨਾ, ਤੁਸੀਂ ਮਿਹਨਤ ਕਰਦੀਆਂ ਰਹੋ, ਤੁਸੀਂ ਬਸ ਹਾਰ ਨਾ ਜਾਇਓ। ਤੁਸੀਂ ਆਪਣੇ ਸੁਪਨੇ ਨੂੰ ਨਹੀਂ ਮਰਨ ਦੇਣਾ, ਤਾਂ ਅਖੀਰ ਤੁਹਾਡਾ ਮਤਲਬ ਮੁੱਲ ਪੈਣਾ ਹੀ ਪੈਣਾ। ਤੁਹਾਨੂੰ ਕਿੰਨਾ ਕੁ ਚਿਰ ਕੋਈ ਨਜ਼ਰ ਅੰਦਾਜ਼ ਕਰ ਲੂਗਾ, ਕਿੰਨਾ ਕੁ ਚਿਰ ਕਰ ਲੂਗਾ, ਹਾਂ, ਪਰ ਔਖਾ ਬਹੁਤ ਆ। ਕਹਿੰਦੇ ਆ ਬੇਹਿੰਮਤੇ ਹੁੰਦੇ ਨੇ ਉਹ ਲੋਕ ਜੋ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਸੋ ਜਿਨ੍ਹਾਂ ਵਿੱਚ ਹੁਨਰ ਹੁੰਦਾ ਹੈ ਉਹ ਆਪਣੇ ਆਪ ਬਾਹਰ ਤਾਂ ਆ ਹੀ ਜਾਂਦਾ। ਸੋ ਮੈਮ, ਤੁਹਾਨੂੰ ਸ਼੍ਰੋਮਣੀ ਕਵੀ ਪੁਰਸਕਾਰ ਦੇ ਨਾਲ ਨਵਾਜ਼ਿਆ ਗਿਆ। ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਕੋਈ ਪੁਰਸਕਾਰ ਮਿਲਦਾ ਹੈ
ਤਾਂ ਕਿਤੇ ਨਾ ਕਿਤੇ ਇਹ ਚੀਜ਼ ਹੁੰਦੀ ਆ ਕਿ ਮਤਲਬ ਜਿਹਨੂੰ ਤੁਸੀਂ ਜਾਣਦੇ ਹੋਵੋ ਹੈ ਨਾ, ਜਾਂ ਕਿਸੇ ਪੁਰਸ਼ ਨੂੰ ਪੁਰਸਕਾਰ ਮਿਲ ਰਿਹਾ ਹੈ, ਤੁਹਾਨੂੰ ਲੱਗਦਾ ਹੈ ਕਿ ਪੁਰਸਕਾਰਾਂ ਦੇ ਵਿੱਚ ਵੀ ਅਜਿਹੀ ਕੋਈ ਚੀਜ਼ ਹੁੰਦੀ ਆ, ਪ੍ਰੈਫਰੈਂਸ ਹੁੰਦੀ ਆ, ਤੇ ਤੁਹਾਨੂੰ ਜਦੋਂ ਇਹ ਪੁਰਸਕਾਰ ਮਿਲਦਾ ਹੈ ਤਾਂ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਇਆ? ਜਦੋਂ ਵੀ ਕੋਈ ਪੁਰਸਕਾਰ ਮਿਲਦਾ, ਕੋਈ ਸਨਮਾਨ ਮਿਲਦਾ ਹੈ ਨਾ, ਚਾਹੇ ਉਹ ਕਿਸੇ ਸੰਸਥਾ ਵੱਲੋਂ ਮਿਲੇ ਜਾਂ ਸਰਕਾਰ ਤੋਂ ਮਿਲੇ, ਆਪਣੀ ਤੋਂ, ਇਹ ਸਰਕਾਰ ਤੋਂ ਮਿਲਦਾ ਜਿਹੜਾ ਸ਼੍ਰੋਮਣੀ ਕਵੀ ਦਾ ਪੁਰਸਕਾਰ ਹੈ ਨਾ, ਇਸ ਪੰਜਾਬ ਸਰਕਾਰ ਨੇ ਮੈਨੂੰ ਦਿੱਤਾ ਸੀਗਾ। ਮਤਲਬ ਤੁਹਾਡਾ ਹੌਸਲਾ ਵੱਧਦਾ ਵਾ, ਤੁਹਾਨੂੰ ਖੁਸ਼ੀ ਹੁੰਦੀ ਆ ਵੀ ਕੋਈ ਕਦਰ ਕਰ ਰਿਹਾ ਤੁਹਾਡੇ ਕੀਤੇ ਹੋਏ ਕੰਮ ਦੀ। ਮਿਲਣੇ ਚਾਹੀਦੇ ਨੇ, ਜਿਹੜੇ ਲੋਕ ਹੱਕਦਾਰ ਆ ਉਹਨਾਂ ਨੂੰ ਇਹ ਪੁਰਸਕਾਰ ਮਿਲਣੇ ਚਾਹੀਦੇ ਆ। ਮੈਨੂੰ ਵੀ ਚੰਗਾ ਲੱਗਿਆ, ਪਰ ਫਿਰ ਵੀ ਮੈਂ ਸਭ ਤੋਂ ਜਿਹੜਾ ਵੱਡਾ ਪੁਰਸਕਾਰ ਉਹ ਆਪਣੇ ਪਾਠਕਾਂ ਨੂੰ ਮੰਨਦੀ ਹਾਂ, ਕਿਉਂਕਿ ਜੇ ਮੇਰੀਆਂ ਕਿਤਾਬਾਂ ਨੂੰ ਮੇਰੇ ਪਾਠਕ ਨਾ ਪੜ੍ਹਦੇ ਤਾਂ ਮੇਰੀਆਂ ਕਿਤਾਬਾਂ ਵੈਸੇ ਲਾਇਬ੍ਰੇਰੀਆਂ 'ਚ ਪਈਆਂ ਰਹਿੰਦੀਆਂ, ਉਹਨਾਂ ਨੂੰ ਸਿਉਂਕ ਲੱਗ ਜਾਂਦੀ। ਕੁਝ ਕਿਤਾਬਾਂ ਮੈਮ ਜਿਨ੍ਹਾਂ ਦਾ ਤੁਸੀਂ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਦੱਸਣਾ ਚਾਹੋ? ਹਾਂਜੀ, ਤਾਂ ਫਿਰ ਮੇਰੇ ਇਹ ਜਿਹੜੇ ਪੁਰਸਕਾਰ ਮੈਨੂੰ ਮਿਲ ਵੀ ਜਾਂਦੇ ਸੰਸਥਾਵਾਂ ਵੱਲੋਂ, ਤਾਂ ਉਹ ਕਿਹੜੇ ਕੰਮ ਦੇ ਹੋਣੇ ਸੀਗੇ, ਉਹਨਾਂ ਨਾਲ ਮੈਨੂੰ ਇੰਨੀ ਖੁਸ਼ੀ ਨਹੀਂ ਸੀ ਹੋਣੀ। ਪਰ ਜਿਹੜਾ ਮੈਨੂੰ ਮੇਰੇ ਪਾਠਕਾਂ ਨੇ ਪਿਆਰ ਦਿੱਤਾ, ਮੇਰੀਆਂ ਕਿਤਾਬਾਂ ਇੰਨੀਆਂ ਗਿਣਤੀ 'ਚ ਛਪੀਆਂ ਔਰ ਉਹਨਾਂ ਦੇ ਵਾਰ-ਵਾਰ ਐਡੀਸ਼ਨ ਛਪੇ ਔਰ ਮੈਨੂੰ ਪ੍ਰਕਾਸ਼ਕਾਂ ਕੋਲੋਂ ਰਾਇਲਟੀ ਮਿਲੀ, ਉਹ ਮੇਰੇ ਵੱਡੇ ਪੁਰਸਕਾਰ ਨੇ। ਔਰ ਜਿਹੜੀਆਂ ਤੁਸੀਂ ਕਿਤਾਬਾਂ ਦੀ ਗੱਲ ਕਰਦੇ ਆ ਵੀ ਕਿਤਾਬਾਂ ਕਿਹੜੀਆਂ ਛਪੀਆਂ, ਕਿਤਾਬਾਂ ਹੁਣ ਮੇਰੀਆਂ 9 ਹੋ ਗਈਆਂ। ਹਾਂਜੀ, ਜਿਸ 'ਚ 5 ਗਜ਼ਲਾਂ ਦੀਆਂ ਨੇ ਤੇ 3 ਨਜ਼ਮਾਂ ਦੀਆਂ ਤੇ 1 ਗੀਤਾਂ ਦੀ ਆ। ਸੋ ਬਾਕੀ ਮੇਰਾ ਹੋਰ ਕੰਮ ਵੀ ਹੈਗਾ, ਜਿਵੇਂ ਅਨੁਵਾਦ ਦਾ ਕੰਮ ਆ, ਹੈ ਨਾ। ਇੱਕ ਕਨੂਪ੍ਰਿਆ ਕਿਤਾਬ ਮੈਂ ਬਹੁਤ ਪਿਆਰੀ ਆ ਡਾਕਟਰ ਧਰਮਵੀਰ ਭਾਰਤੀ ਦੀ, ਉਹ ਹਿੰਦੀ 'ਚ ਆ ਤੇ ਉਹ ਮੈਂ ਪੰਜਾਬੀ 'ਚ ਕੀਤੀ ਆ। ਔਰ ਇੱਕ ਮੈਂ ਰਿਸ਼ਤਿਆਂ ਦੀ ਰੰਗੋਲੀ ਕਿਤਾਬ ਐਡਿਟ ਕੀਤੀ ਆ, ਇੱਕ ਗਜ਼ਲ ਦੀ ਕਿਤਾਬ ਕੇਸਰ ਦੇ ਛਿੱਟੇ ਐਡਿਟ ਕੀਤੀ ਆ। ਸੋ ਇਸ ਤਰ੍ਹਾਂ ਕਰਦੀ ਰਹਿੰਦੀ ਹਾਂ ਕੁਛ ਨਾ ਕੁਛ। ਮੈਮ ਤੁਹਾਡੀ ਜਿਹੜੀਆਂ ਕਵਿਤਾਵਾਂ ਨੇ, ਗਜ਼ਲਾਂ ਨੇ, ਇਹਨਾਂ ਵਿੱਚ ਕਿਤੇ ਨਾ ਕਿਤੇ ਬਗਾਵਤ ਮੈਂ ਕਹਿ ਸਕਦੀ ਹਾਂ ਕਿ ਵੇਖਣ ਨੂੰ ਮਿਲਦੀ ਆ ਜੀ। ਜਦੋਂ ਤੁਸੀਂ ਪੇਕੇ ਘਰ ਸੀਗੇ ਉਦੋਂ ਸੁਖਵਿੰਦਰ ਅੰਮ੍ਰਿਤ ਆਪਣੇ ਪਿਓ ਦੇ ਪ੍ਰਤੀ ਉਸ ਬਗਾਵਤ ਨੂੰ ਨਹੀਂ ਵਿਖਾ ਸਕੀ, ਤਾਂ ਮੈਨੂੰ ਲੱਗਦਾ ਕਿ ਕਲਮ ਜਿਹੜੀ ਆ ਉਸ ਦੇ ਥਰੂ ਉਹ ਆਪਣੀ ਕਵਿਤਾਵਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਨਾਰੀਵਾਦੀ ਆ ਉਸ ਚੀਜ਼ ਨੂੰ ਜਿਹੜੀ ਉਹ ਜ਼ਿਆਦਾ ਲਿਖਦੇ ਆ। ਤੁਸੀਂ ਇਸ ਬਾਰੇ ਕੀ ਕਹੋਗੇ? ਜਿਹੜੀ ਮਤਲਬ ਕੁੜੀ ਹੁੰਦੀ ਆ ਨਾ, ਘਰ ਦੀ ਕੁੜੀ, ਧੀ ਰਾਣੀ, ਹੈ ਨਾ, ਤੇ ਇੱਕ ਤਾਂ ਉਹ ਛੋਟੀ ਬਚਪਨ ਦੇ ਵਿੱਚ ਮੈਂ ਕੀ ਬਗਾਵਤ ਕਰਨੀ ਸੀ। ਮੇਰੇ ਪਿਤਾ ਦਾ ਸੁਭਾਅ ਜਿਹੜਾ ਇੰਨਾ ਕਰੂਰ ਸੀਗਾ, ਮੈਂ ਨਾ ਉਹਨਾਂ ਨਾਲ ਲੜ ਸਕਦੀ ਸੀ, ਨਾ ਅਸੀਂ ਮੂਹਰੇ ਬੋਲਦੇ ਸੀਗੇ, ਅਸੀਂ ਤਾਂ ਬਸ ਜੀ ਹਜ਼ੂਰੀ ਕਰਦੇ ਸੀ, ਹੈ ਨਾ, ਸਾਰਾ ਪਰਿਵਾਰ ਹੀ ਉਹਨਾਂ ਦੀ। ਤਾਂ ਬਸ ਜਿਹੜਾ ਮੇਰਾ ਬਗਾਵਤ ਕਰਨ ਦਾ ਜਿਹੜਾ ਮੈਂ ਕਹਿੰਦੀ ਹਾਂ ਵੀ ਜਿਹੜੀ ਮੇਰੀ ਖਾਮੋਸ਼ ਬਗਾਵਤ ਸੀਗੀ, ਉਹ ਮੇਰੇ ਲੁਕੇ ਹੋਏ, ਮੇਰੇ ਮਨ ਦੇ ਵਿੱਚ ਲੁਕੇ ਹੋਏ ਗੀਤ ਸੀਗੇ, ਮੇਰੀ ਸੋਚ ਸੀਗੀ ਜਿਹੜੀ ਜਾਂ ਮੇਰਾ ਸੁਪਨਾ ਸੀਗਾ, ਉਹਨੇ ਬਗਾਵਤ ਕੀਤੀ। ਮੇਰੀ ਕਲਮ ਹੀ ਜਿਹੜੇ ਮੇਰਾ ਹਥਿਆਰ ਬਣੀ ਅਖੀਰ। ਤੇ ਜਦੋਂ ਮੈਂ ਇੰਨੀ ਮਤਲਬ ਲਗਨ ਦੇ ਨਾਲ, ਹੈ ਨਾ, ਲੱਗੀ ਰਹੀ ਤੇ ਅਖੀਰ ਮੈਂ ਉਹਨਾਂ ਨੂੰ ਪਾਰ ਕਰ ਲਿਆ, ਉਹਨਾਂ ਨੂੰ ਮਨਾ ਲਿਆ, ਉਹਨਾਂ ਨੂੰ ਜਾਣੀ ਕਿ ਪਿੱਛੇ ਹਟਣਾ ਪਿਆ, ਮੈਨੂੰ ਰਾਹ ਦੇਣਾ ਪਿਆ। ਸੋ ਮੈਂ ਕਿ ਉਹ ਕਲਮ ਬਸ ਮੇਰੀ ਕਵਿਤਾ ਮੇਰਾ ਹਥਿਆਰ ਬਣੀ ਤੇ ਉਹਨੇ ਮੈਨੂੰ ਇਹ ਸਾਰਾ ਮੈਨੂੰ ਆਜ਼ਾਦੀ ਦਿਵਾਈ। ਉਸ ਉਹਨਾਂ ਜਿਹੜੀਆਂ ਨਾ ਮੁਖੀ ਕਦਰਾਂ ਕੀਮਤਾਂ ਸੀ, ਉਹ ਪਰੰਪਰਾ ਸੀ, ਜਿਹੜੀ ਪਰੰਪਰਾ ਦੀ ਕੈਦ ਸੀ ਅਸਲ 'ਚ ਨਾ, ਉਹ ਮੇਰੇ ਪੇਕਿਆਂ ਸਹੁਰਿਆਂ ਦੀ ਕੈਦ ਨਹੀਂ ਸੀ, ਰਿਸ਼ਤਿਆਂ ਦੀ ਕੈਦ ਨਹੀਂ ਸੀ, ਉਹ ਪਰੰਪਰਾ ਦੀ ਕੈਦ ਸੀ। ਉਹ ਕਦਰਾਂ ਕੀਮਤਾਂ ਜਿਹੜੀਆਂ ਇੱਕ ਕੁੜੀ ਨੂੰ ਇੱਦਾਂ ਮਜਬੂਰ ਕਰਦੀਆਂ ਨੇ, ਜਾਂ ਮਾਪਿਆਂ ਨੂੰ ਵੀ ਮਜਬੂਰ ਕਰਦੀਆਂ ਨੇ ਵੀ ਇਹਨਾਂ ਨੂੰ, ਧੀਆਂ ਨੂੰ ਇੱਦਾਂ ਪਾਲੋ, ਇੱਦਾਂ ਸੰਭਾਲੋ, ਇੱਦਾਂ ਲਕੋਲ ਕੇ ਰੱਖੋ। ਸੋ ਉਹ ਮਾਪੇ ਤੇ ਉਹ ਵਿਚਾਰੇ ਬੇਕਸੂਰ ਨੇ, ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ। ਉਹ ਮਤਲਬ ਪ੍ਰੋਟੈਕਸ਼ਨ ਕਰਨ ਦੀ ਹਾਂਜੀ, ਉਹ ਸੋਚਦੇ ਆ ਅਸੀਂ ਕੁੜੀਆਂ ਨੂੰ ਸੰਭਾਲ ਕੇ ਰੱਖੀਏ, ਸਾਡੇ ਧੀਆਂ ਖੱਜਲ ਖੁਆਰ ਨਾ ਹੋ ਜਾਣ, ਬਾਹਰ ਇਹਨਾਂ ਦੀ ਕੋਈ ਖੱਜਲ ਖੁਆਰੀ ਨਾ ਹੋਵੇ ਸਮਾਜ ਦੇ ਵਿੱਚ ਜਾ ਕੇ। ਸੋ ਉਹ ਇਸ ਡਰੋਂ, ਉਹ ਤਾਂ ਡਰ ਆ ਉਹਨਾਂ ਦਾ ਨਾ, ਉਹ ਆਪਣੀ ਜ਼ਿੰਮੇਵਾਰੀ ਸਮਝਦੇ ਆ ਵੀ ਧੀਆਂ ਨੂੰ ਸੰਭਾਲ ਕੇ ਰੱਖੀਏ, ਅੰਦਰ ਲੁਕੋ ਕੇ ਰੱਖੀਏ, ਵੀ ਬਾਹਰ ਜ਼ਮਾਨਾ ਚੰਗਾ ਨਹੀਂਗਾ ਧੀਆਂ ਵਾਸਤੇ। ਤੇ ਮੈਡਮ ਜੇ ਆਪਾਂ ਗੱਲ ਕਰੀਏ ਸਰੋਕਾਰ ਦੀ ਜੀ, ਕੰਸਰਨਸ ਜਿਹਨੂੰ ਅਸੀਂ ਕਹਿੰਦੇ ਆ, ਤਾਂ ਇੱਕ ਮਰਦ ਦੇ ਕੰਸਰਨਸ ਹੋਰ ਹੁੰਦੇ ਨੇ ਤੇ ਇੱਕ ਜਿਹੜੀ ਔਰਤ ਆ ਉਹਦੇ ਜਿਹੜੇ ਸਰੋਕਾਰ ਨੇ ਉਹ ਹੋਰ ਹੁੰਦੇ ਨੇ। ਤੁਹਾਨੂੰ ਕੀ ਲੱਗਦਾ ਇਸ ਬਾਰੇ? ਕਿਸ ਪੱਖ ਤੋਂ ਸਰੋਕਾਰ? ਮਤਲਬ ਸਾਹਿਤ ਦੇ ਪੱਖ ਦੇ ਵਿੱਚ ਗੱਲ ਕਰੀਏ ਤਾਂ ਅੱਛਾ, ਵਿਸ਼ੇ ਵੱਲ। ਹਾਂ, ਇਹ ਤਾਂ ਮਤਲਬ ਕੁਦਰਤੀ ਆ, ਮਤਲਬ ਜੋ ਔਰਤ ਹੰਡਾਉਂਦੀ ਆ ਉਹ ਮਤਲਬ ਔਰਤ ਨੇ ਲਿਖਣਾ, ਹੈ ਨਾ। ਔਰਤ ਜਿਹੜੀ ਇੱਕ ਘਰ ਪਰਿਵਾਰ ਦੇ ਨਾਲ ਜੁੜੀ ਹੁੰਦੀ ਆ, ਕਿਉਂਕਿ ਆਪਣੀ ਜੋ ਉਹਦਾ ਇੱਕ ਛੋਟਾ ਦਾਇਰਾ ਹੁੰਦਾ ਵਾ,
ਤੇ ਜਿਹੜੇ ਪੁਰਸ਼ ਹੁੰਦੇ ਆ ਉਹਨਾਂ ਦਾ, ਕਿਉਂਕਿ ਉਹਨਾਂ ਨੇ ਬਾਹਰ ਜਾਣਾ ਕਮਾਉਣ ਵਾਸਤੇ, ਬਾਹਰਲੀ ਦੁਨੀਆ 'ਚ ਵਿਚਰਨਾ, ਉਹਨਾਂ ਦੇ ਰੁਝੇਵੇਂ, ਉਹਨਾਂ ਦੀਆਂ ਜ਼ਿੰਮੇਵਾਰੀਆਂ, ਉਹ ਉਹਨਾਂ ਦਾ ਖੇਤਰ ਹੋਰ ਆ, ਤੇ ਕੁੜੀਆਂ ਦਾ ਖੇਤਰ ਇਹੀ ਆ ਹਨਾ, ਘਰ ਪਰਿਵਾਰ। ਇਸ ਕਰਕੇ ਉਹਨਾਂ ਦੇ ਜਿਹੜੇ ਜ਼ਿਆਦਾ ਲਿਖਣਾ ਹੁੰਦਾ, ਜਾਂ ਮੈਂ ਵੀ ਜੋ ਲਿਖਿਆ ਉਹ ਇੱਕ ਤਾਂ ਮੇਰਾ ਬਹੁਤ ਵੀ ਪਰਿਵਾਰਕ ਰਿਸ਼ਤਿਆਂ ਬਾਰੇ ਆ ਹਨਾ, ਤੇ ਦੂਜਾ ਵੀ ਜਿਹੜੀਆਂ ਕੁੜੀਆਂ ਦੀਆਂ ਜਿਹੜੀਆਂ ਸਮੱਸਿਆਵਾਂ ਹਨਾ, ਜਾਂ ਕੁੜੀਆਂ ਦੇ ਦੁੱਖ ਤਕਲੀਫਾਂ, ਉਹਨਾਂ ਬਾਰੇ ਮੈਂ ਜ਼ਿਆਦਾ ਲਿਖਦੀ ਹਾਂ, ਕਿਉਂਕਿ ਹਾਲੇ ਸਾਨੂੰ ਇੱਥੋਂ ਹੀ ਸਾਨੂੰ ਲਿਖਣਾ ਪੈ ਰਿਹਾ, ਕਿਉਂਕਿ ਸਾਨੂੰ ਹਾਲੇ ਇੱਥੋਂ ਨਿਜਾਤ ਨਹੀਂ ਮਿਲੀ ਹੈਗੀ। ਸੋ ਇਸ ਕਰਕੇ ਕੁੜੀਆਂ ਦਾ ਤੇ ਮੁੰਡਿਆਂ ਦਾ, ਉਹਨਾਂ ਦਾ ਸੋਚ ਦਾ ਵੀ, ਉਹਨਾਂ ਦੀ ਦ੍ਰਿਸ਼ਟੀ ਦਾ ਵੀ, ਤੇ ਉਹਨਾਂ ਦੇ ਕੰਮ ਦਾ, ਉਹਨਾਂ ਦੇ ਖੇਤਰ ਦਾ ਫਰਕ ਹੁੰਦਾ। ਤੇ ਮੈਮ ਭਵਿੱਖ ਦੇ ਵਿੱਚ ਤੁਹਾਡੀਆਂ ਕੋਈ ਪੁਸਤਕ ਜਾਂ ਕਵਿਤਾਵਾਂ ਆਉਣ ਵਾਲੀਆਂ ਹੋਣ? ਭਵਿੱਖ ਦੇ ਵਿੱਚ ਮੈਂ ਹੁਣ ਛੇਤੀ ਹੋਈ ਕਿਤਾਬ ਕੋਈ ਨਾ ਨਜ਼ਮਾਂ ਦੀ ਜਾਂ ਗਜ਼ਲਾਂ ਦੀ ਜਾਂ ਸਾਂਝੀ, ਮੈਂ ਲਿਖਿਆ ਪਿਆ ਬਹੁਤ ਕੁਛ ਡਾਇਰੀਆਂ 'ਚ, ਤੇ ਮੈਂ ਛਾਪੂੰਗੀ। ਮੈਂ ਮੰਤ ਵਿੱਚ ਮੈਂ ਚਾਹੁੰਦੀ ਕਿ ਤੁਸੀਂ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਵਿੱਚੋਂ ਕਈ ਹੋਣਗੇ ਜਿਹੜੀਆਂ ਕੁੜੀਆਂ ਵੇਖਣਗੀਆਂ ਜੀ, ਕਈ ਹੋਣਗੇ ਜਿਹੜੇ ਮਾਪੇ ਵੇਖਣਗੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਕਿਉਂਕਿ ਹੋ ਸਕਦਾ ਹੈ ਕਿ ਸਾਡੀ ਇਸ ਵੀਡੀਓ ਦੇ ਥਰੂ ਕਿਸੇ ਇੱਕ ਬੰਦੇ ਦਾ, ਇੱਕ ਔਰਤ ਦੀ ਜ਼ਿੰਦਗੀ ਹੀ ਕਿਤੇ ਚੇਂਜ ਹੋ ਜੇ। ਕੋਈ ਮੈਸੇਜ ਜਿਹੜਾ ਤੁਸੀਂ ਸਾਡੇ ਦਰਸ਼ਕਾਂ ਨੂੰ, ਵਿਊਅਰਸ ਨੂੰ ਦੇਣਾ ਚਾਹੋ? ਕੁੜੀਆਂ ਨੂੰ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਉਹ ਹਾਰਨ ਨਾ ਹਨਾ, ਵੀ ਜਿਵੇਂ ਤੁਹਾਡੇ ਸਾਹਮਣੇ ਆਹ ਬੈਠੀ ਆ ਕੁੜੀ ਇੱਕ ਸੁਖਵਿੰਦਰ ਅਮਰਤ, ਵੀ ਜਿਹਨੇ ਮਤਲਬ ਉਹਨੂੰ ਪੜ੍ਹਨ ਦਾ ਵੀ ਮੌਕਾ ਨਹੀਂ ਮਿਲਿਆ, ਤੇ ਉਹ ਇਹੋ ਜਿਹੇ ਪਰਿਵਾਰਾਂ 'ਚ ਜੰਮੀ ਪਲੀ ਵਿਆਹੀ ਗਈ, ਵੀ ਜਿੱਥੇ ਕੁਛ ਵੀ ਕੋਈ ਸਹਾਰਾ ਨਹੀਂ ਸੀ ਬਣਦਾ, ਕੋਈ ਪ੍ਰੇਰਨਾ ਨਹੀਂ ਸੀ, ਕੋਈ ਰੋਸ਼ਨੀ ਨਹੀਂ ਸੀ, ਵੀ ਉਹ ਆਪਣੇ ਕਾਫੀ ਹੱਦ ਤੱਕ ਆਪਣੇ ਮਤਲਬ ਸੁਪਨੇ ਨੂੰ ਪੂਰਾ ਕਰ ਸਕੀ, ਮੰਜ਼ਿਲ ਤੇ ਪਹੁੰਚ ਸਕੀ। ਵੀ ਤੁਸੀਂ ਵੀ ਇੱਦਾਂ ਹੀ ਮਿਹਨਤ ਕਰਦਿਆਂ ਰਹੋ, ਲਗਨ ਆਪਣੀ ਪੱਕੀ ਰੱਖਿਓ ਹਨਾ, ਤੇ ਜ਼ਰੂਰ ਕਦੇ ਨਾ ਕਦੇ ਤੁਹਾਨੂੰ ਮੰਜ਼ਿਲ ਮਿਲੂਗੀ, ਤੁਹਾਡੀ ਪ੍ਰਤਿਭਾ ਨੂੰ ਜ਼ਰੂਰ ਪਛਾਣਿਆ ਜਾਊਗਾ। ਤੇ ਬਾਕੀ ਜਿਹੜੇ ਮਾਪੇ ਆ ਉਹਨਾਂ ਨੂੰ ਮੈਂ ਇਹ ਕਹਿਣਾ ਵੀ ਜਿਵੇਂ ਤੁਸੀਂ ਮਤਲਬ ਧੀਆਂ ਪੁੱਤਾਂ ਨੂੰ ਜਦੋਂ ਪਾਲਦੇ ਆ ਉਹਨਾਂ 'ਚ ਵਿਤਕਰਾ ਨਾ ਕਰੋ, ਵੀ ਜਦੋਂ ਤੁਸੀਂ ਕੁੜੀਆਂ ਨੂੰ ਇਹ ਨਾ ਕਹੋ ਵੀ ਤੂੰ ਬਸ ਲੁੱਕ ਕੇ ਹੀ ਰਹਿਣਾ ਵਾ, ਦਬ ਕੇ ਹੀ ਰਹਿਣਾ ਵਾ, ਜਾਂ ਤੂੰ ਉੱਧਰ ਨਹੀਂ ਜਾਣਾ ਇੱਧਰ, ਸਗੋਂ ਮੁੰਡਿਆਂ ਨੂੰ ਸਮਝਾਓ ਵੀ ਪੁੱਤ ਕੁੜੀਆਂ ਦਾ ਸਨਮਾਨ ਕਰਨਾ ਸਿੱਖੋ, ਵੀ ਕੁੜੀਆਂ ਦੇ ਰਾਖੇ ਬਣੋ, ਕਿਉਂਕਿ ਤੁਹਾਨੂੰ ਇੱਦਾਂ ਦਾ ਮਾਹੌਲ ਮਿਲਿਆ ਜਾਂ ਇੱਦਾਂ ਦਾ ਤੁਹਾਨੂੰ ਤਾਕਤ ਮਿਲੀ ਆ, ਸ਼ਕਤੀ ਮਿਲੀ ਆ ਨਾ, ਤੁਸੀਂ ਸਰੀਰਕ ਪੱਖ ਤੋਂ ਮਜ਼ਬੂਤ ਹੋ, ਤੁਸੀਂ ਕੁੜੀਆਂ ਦੇ ਰਾਖੇ ਬਣੋ, ਉਹਨਾਂ ਨੂੰ ਪਿਆਰ ਕਰੋ, ਉਹਨਾਂ ਦੇ ਦੋਸਤ ਬਣੋ, ਉਹਨਾਂ ਦੇ ਪ੍ਰੇਮੀ ਬਣੋ, ਪਰ ਮਤਲਬ ਉਹਨਾਂ ਨੂੰ ਕੁੜੀਆਂ ਨੂੰ ਕੋਈ ਤੁਹਾਡੇ ਹੁੰਦਿਆਂ ਹੋਇਆਂ ਜੇ ਉਹ ਘਰ ਵਿੱਚ ਨੇ ਜਾਂ ਘਰ ਤੋਂ ਬਾਹਰ ਕੋਈ ਤਕਲੀਫ ਨਾ ਹੋਵੇ, ਉਹਨਾਂ ਦਾ ਸਹਾਰਾ ਬਣੋ। ਮੁੰਡਿਆਂ ਨੂੰ ਅਸੀਂ ਇੱਦਾਂ ਪਾਲੀਏ, ਤੇ ਸਾਡੇ ਬਸ ਇਹੀ ਮੈਂ ਕਹਿਣਾ ਚਾਹੁੰਦੀ ਹਾਂ। ਸੋ ਅੰਤ ਵਿੱਚ ਮੈਮ ਤੁਹਾਡੀ ਇੱਕ ਕਵਿਤਾ ਲਿਖੀ ਹੋਈ ਆ ਜੀ, ਜਦੋਂ ਮੈਂ ਪਹਿਲੀ ਵਾਰੀ ਇਹ ਕਵਿਤਾ ਪੜ੍ਹੀ ਸੀਗੀ ਤਾਂ ਮੈਨੂੰ ਐਵੇਂ ਲੱਗਾ ਜਿਵੇਂ ਉਹ ਕਵਿਤਾ ਮੇਰੀ ਮਾਂ ਦੇ ਲਈ ਆ, ਕਿਉਂਕਿ ਮੇਰੇ ਜੋ ਨਾਨਾ ਜੀ ਸੀਗੇ ਉਹ ਬਹੁਤ ਹੀ ਸਖਤ ਸੁਭਾਅ ਦੇ ਸੀਗੇ, ਜਿਵੇਂ ਤੁਸੀਂ ਆਪਣੇ ਪਿਤਾ ਜੀ ਬਾਰੇ ਗੱਲ ਕਰਦੇ ਹੋ ਜੀ, ਤਾਂ ਮੈਨੂੰ ਇਵੇਂ ਲੱਗਦਾ ਕਿ ਉਹਨਾਂ ਨੇ ਵੀ ਮੇਰੀ ਮਾਂ ਦੇ ਉੱਤੇ ਬੜੀਆਂ ਬੰਦਿਸ਼ਾਂ ਲਾਈਆਂ ਹੋਈਆਂ ਸੀ ਜੀ, ਤਾਂ ਮੇਰੀ ਮਾਂ ਨੇ ਆਪਣੇ ਚਾਅ ਮੇਰੇ ਥਰੂ ਪੂਰੇ ਕੀਤੇ। ਸੋ ਹਰ ਯੁੱਗ ਵਿੱਚ ਮਾਵਾਂ ਜਿਹੜੀ ਆ, ਉਹ ਕਵਿਤਾ ਮੈਂ ਥੋੜੀ ਜਿਹੀ ਸ਼ੁਰੂ ਕਰਾਂਗੀ, ਮੈਂ ਚਾਹਾਂਗੀ ਕਿ ਤੁਸੀਂ ਮੇਰੇ ਨਾਲ। ਜੀ ਜੀ, ਹਰ ਯੁੱਗ ਵਿੱਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ, ਜੋ ਜ਼ਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ, ਉਹਨਾਂ ਦੇ ਨਾਂ ਰੁਸ਼ਨਾਵੇ। ਮੇਰੀ ਮਾਂ ਨੇ ਮੈਨੂੰ ਆਖਿਆ ਸੀ, ਸਿਆਣੀਆਂ ਕੁੜੀਆਂ ਲੁੱਕ ਲੁੱਕ ਕੇ ਰਹਿੰਦੀਆਂ ਨੇ, ਧੁੱਖ ਧੁੱਖ ਕੇ ਜਿਉਂਦੀਆਂ ਨੇ, ਝੁੱਕ ਝੁੱਕ ਕੇ ਤੁਰਦੀਆਂ ਨੇ, ਨਾ ਉੱਚਾ ਬੋਲਦੀਆਂ ਨੇ, ਨਾ ਉੱਚਾ ਹੱਸਦੀਆਂ ਨੇ। ਕੁੜੀਆਂ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੀਆਂ, ਬਸ ਧੂਏਂ ਦੇ ਭੱਜ ਰੋਂਦੀਆਂ ਤੇ ਕੰਧਾਂ ਦੇ ਓਲੇ ਘੁੱਗ ਵੱਸਦੀਆਂ। ਕਿ ਕੁੜੀਆਂ ਤਾਂ ਨਿਰੀਆਂ ਗਊਆਂ ਹੁੰਦੀਆਂ, ਜਿਹੜੇ ਕਿੱਲੇ ਨਾਲ ਬੰਨ੍ਹੋ ਵੱਜੀਆਂ ਰਹਿੰਦੀਆਂ, ਇਹ ਬੇਜ਼ੁਬਾਨ ਕਿਸੇ ਨੂੰ ਕੁਝ ਨਾ ਕਹਿੰਦੀਆਂ। ਪਰ ਮੇਰੀ ਮਾਂ ਦਾ ਆਖਿਆ ਹੋਇਆ ਕੋਈ ਵੀ ਬੋਲ ਮੇਰੇ ਕਿਸੇ ਕੰਮ ਨਾ ਆਇਆ, ਉਹਦਾ ਹਰ ਵਾਕ ਮੇਰੇ ਰਾਹ ਵਿੱਚ ਦੀਵਾਰ ਬਣ ਕੇ ਉਸਰ ਆਇਆ। ਤੇ ਮੈਂ ਆਪਣੀ ਧੀ ਨੂੰ ਸਮਝਾਇਆ, ਤੂੰ ਕਦਮ ਕਦਮ ਤੇ ਦੀਵਾਰਾਂ ਨਾਲ ਸਮਝੌਤਾ ਨਾ ਕਰੀ, ਤੂੰ ਆਪਣੀਆਂ ਉਡਾਰੀਆਂ ਨੂੰ ਪਿੰਜਰਿਆਂ ਕੋਲ ਗਹਿਣੇ ਨਾ ਧਰੀ, ਤੂੰ ਆਪਣੇ ਰੁਤਬੇ ਨੂੰ ਇੰਨਾ ਬੁਲੰਦ ਇੰਨਾ ਰੌਸ਼ਨ ਕਰੀ ਕਿ ਹਰ ਹਨੇਰਾ ਤੈਨੂੰ ਵੇਖ ਕੇ ਤਰਬਕ ਜਾਵੇ, ਹਰ ਜ਼ੰਜੀਰ ਤੈਨੂੰ ਵੇਖ ਕੇ ਮੜਕ ਜਾਵੇ, ਹਰ ਦੀਵਾਰ ਤੈਨੂੰ ਵੇਖ ਕੇ ਠਿਠਕ ਜਾਵੇ। ਤੂੰ ਮਾਣ ਨਾਲ ਜਿਉਈ ਮਾਣ ਨਾਲ ਮਰੀ, ਦੀਵਾਰਾਂ ਨਾਲ ਸਮਝੌਤਾ ਹਰਗਿਜ਼ ਨਾ ਕਰੀ। ਮੇਰੀ ਧੀ ਵੀ ਆਪਣੀ ਧੀ ਨੂੰ ਜ਼ਰੂਰ ਕੁਝ ਨਾ ਕੁਝ ਆਖੇਗੀ, ਸ਼ਾਇਦ ਇਸ ਤੋਂ ਵੀ ਵੱਧ ਸੋਹਣਾ, ਇਸ ਤੋਂ ਵੀ ਵੱਧ ਮੁਕਤੀ ਅਤੇ ਮੁਹੱਬਤ ਭਰਿਆ, ਕਿਉਂਕਿ ਹਰ ਯੁੱਗ ਵਿੱਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ, ਜੋ ਜ਼ਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ, ਉਹਨਾਂ ਦਾ ਰਾਹ ਰੁਸ਼ਨਾਵੇ। ਤੇ ਸ਼ਾਇਦ ਯੁੱਗ ਏਦਾਂ ਹੀ ਪਲਟਦੇ ਨੇ, ਹਾਂ ਯੁੱਗ ਏਦਾਂ ਹੀ ਪਲਟਦੇ ਨੇ। ਧੰਨਵਾਦ ਮੈਮ।
ਜੀ